ਸਾਹਿਬ ਜੀ। ਸ਼੍ਰੀ ਨਾਨਕ ਪੁਰਸ਼ੋਤਮੰ ਪਰੰਪਰਾ ਗੁਰਨਾਥ ਯੁਗਲ ਚਰਨ ਮਮ ਬੰਦਨਾ ਧਰ ਕਰ ਮਾਥ। ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਾਂ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ। ਸ਼੍ਰੀ ਗੁਰੂ ਹਰਗੋਬਿੰਦ ਸੁਭ ਸਮਤ ਪ੍ਰਕਾਸ਼ਕ। ਗੁਰੂ ਹਰਿ ਰਾਇ ਨਮੋਕਾਰ ਜੋਰੀ ਨਮੋਕਾਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੁਣ ਤਰਾ ਪਰ ਪੁਨ 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 ਬੰਦੋਂ ਬਾਰ ਬਾਰ ਜਗ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਰ ਗਏ ਵੀਰ ਜੇ ਧਰਨਹਾਰ ਕੁਛ ਰਹੇ ਆਨ ਹੋਰੇ ਜੁਝਾਰ। ਹੈ ਮਰੇ ਪਰੇ ਜੈ ਕਹਿ ਬਿਲੰਦ ਕੋ ਤਰਫ ਤਰਫ ਹੋਵਤ ਨਿਕੰਦ। ਮਰ ਗਏ ਵੀਰ ਜੇ ਧਰਨਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨਾ ਬੰਧੂ ਕਿਰਪਾ ਦੇ ਸਾਗਰ ਜਾਗਦੀ ਜੋਤ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ
ਆਪ ਜੀ ਇਹਨਾਂ ਵਿਸ਼ੇਸ਼ ਦੀਵਾਨਾਂ ਵਿੱਚ ਹਜ਼ੂਰ ਦੇ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਨੂੰ ਕਮਾਉਂਦਿਆਂ ਹੋਇਆਂ ਕਲਯੁਗ ਦੇ ਅੰਦਰ ਕੀਰਤਨ ਭਗਤੀ ਸਿਮਰਨ ਭਗਤੀ ਨਾਲ ਜੁੜ ਰਹੇ ਹੋ। 40 ਮੁਕਤਿਆਂ ਦੀ ਪਵਿੱਤਰ ਯਾਦ, ਸਾਲਾਨਾ ਇਹ ਜੋੜ ਮੇਲਾ, ਸਿਮਰਨ ਸਮਾਗਮ ਲਾਹਾ ਪ੍ਰਾਪਤ ਕਰ ਰਹੇ ਹੋ ਆਪਣੀ ਜ਼ਿੰਦਗੀ ਦਾ। ਸਤਿਗੁਰੂ ਜੀ ਦੇ ਪਵਿੱਤਰ ਸਥਾਨ ਤੇ ਇਤਿਹਾਸ ਦੀ ਕਥਾ ਸ਼ਾਮ ਨੂੰ ਲੜੀਵਾਰ ਹੋ ਰਹੀ ਹੈ। ਕੱਲ ਦੇ ਦਿਨ ਤੋਂ ਆਪ ਸੰਗਤਾਂ ਦੇ ਦਰਸ਼ਨ ਕੀਤੇ ਹਨ, ਹਾਜ਼ਰੀ ਭਰੀ ਸੀ। ਇਹ ਇਤਿਹਾਸ ਦੀ ਲੜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਦੇ ਅੰਦਰ ਚੱਲ ਰਹੀ ਹੈ। ਸਤਿਗੁਰੂ ਜੀ ਨੂੰ ਇਹ ਯੁੱਧ ਕਿਉਂ ਕਰਨੇ ਪਏ? ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਘਰ ਦਾ ਇਹ ਫਲਸਫਾ ਹੈ, ਉਪਦੇਸ਼ ਹੈ ਕਿ ਜਦੋਂ ਜ਼ੁਲਮ ਨੂੰ ਨਾਸ਼ ਕਰਨ ਦੇ ਸਾਰੇ ਹੀਲੇ ਬੰਦ ਹੋ ਜਾਣ, ਕੋਈ ਤਰੀਕਾ ਹੋਰ ਨਾ ਰਹੇ, ਫਿਰ ਜ਼ੁਲਮ ਸਹਿਣਾ ਨਹੀਂ ਚਾਹੀਦਾ। ਜਿੱਥੇ ਜ਼ੁਲਮ ਕਰਨਾ ਪਾਪ ਹੈ, ਉੱਥੇ ਜ਼ੁਲਮ ਸਹਿਣਾ ਵੀ ਪਾਪ ਹੈ। ਉਦੋਂ ਫਿਰ ਸ਼ਾਸਤਰਾਂ ਨੂੰ ਵਰਤ ਕੇ, ਸ਼ਾਸਤਰਾਂ ਨੂੰ ਉਠਾ ਕਰਕੇ ਜ਼ਾਲਮ ਨੂੰ ਸਬਕ ਸਿਖਾਉਣਾ ਚਾਹੀਦਾ ਹੈ। ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਉਪਦੇਸ਼ ਹੈ ਕਿ ਸ਼ਾਸਤਰ ਜਿਹੜੇ ਉਹ ਸ਼ਾਂਤੀ ਸਥਾਪਿਤ ਕਰਦੇ ਆ। ਸੰਸਾਰ ਦੇ ਲੋਕ ਕਹਿੰਦੇ ਆ ਕਿ ਜਿਹੜੇ ਸ਼ਾਸਤਰ ਵੈ ਇਹ ਅਸ਼ਾਂਤੀ ਪੈਦਾ ਕਰਦੇ ਆ, ਅੱਗ ਫੈਲਾਉਂਦੇ ਆ। ਪਰ ਮਹਾਰਾਜ ਜੀ ਦੇ ਘਰ ਦਾ ਸਿਧਾਂਤ ਹੈ ਕਿ ਸ਼ਾਸਤਰ ਭਾਈ ਸ਼ਾਂਤੀ ਸਥਾਪਿਤ ਕਰਦੇ ਆ। ਸੱਚੇ ਪਾਤਸ਼ਾਹ ਜੀ ਨੇ ਜ਼ੁਲਮ ਨੂੰ ਨਾਸ਼ ਕਰਕੇ ਧਰਮ ਦਾ ਰਾਜ ਸਥਾਪਿਤ ਕੀਤਾ। ਇਸ ਯੁੱਧ ਦਾ ਕਾਰਨ ਕੀ ਬਣਿਆ, ਉਹ ਸੰਖੇਪ ਰੂਪ ਵਿੱਚ ਮੈਂ ਕੱਲ ਬੇਨਤੀ ਕੀਤੀ ਸੀ। ਚੰਦੂ ਦਾ ਪੁੱਤਰ ਕਰਮਚੰਦ, ਭਗਵਾਨ ਦਾਸ ਕੇਰੜ ਦਾ ਪੁੱਤਰ ਰਤਨ ਚੰਦ, ਇਹਨਾਂ ਦੋਹਾਂ ਨੇ ਜਲੰਧਰ ਦੇ ਸੂਬੇਦਾਰ ਅਬਦੁਲ ਖਾਨ ਦੇ ਕੋਲ ਪੁਕਾਰ ਕੀਤੀ। ਗੁਰੂ ਸਾਹਿਬ ਜੀ ਨੂੰ ਮਾਰਨ ਵਾਸਤੇ ਜਾਂ ਜਿਉਂਦਾ ਪਕੜਨ ਵਾਸਤੇ ਪ੍ਰਤੱਗਿਆ ਕੀਤੀ। ਇਹ ਦੋਵੇਂ ਆਪਣੇ ਪਿਓ ਦੀ ਮੌਤ ਦਾ ਬਦਲਾ ਲੈਣਾ ਚਾਹੁੰਦੇ ਐ, ਰਤਨ ਚੰਦ ਅਤੇ ਕਰਮਚੰਦ। ਜਲੰਧਰ ਦਾ ਸੂਬੇਦਾਰ ਅਬਦੁਲ ਖਾਨ ਕੋਈ ਸਿਆਣਾ ਨਾ ਨਿਕਲਿਆ। ਨਹੀਂ ਉਸਨੇ ਵਿਚਾਰਿਆ ਕਿ ਗੁਰੂ ਸਾਹਿਬ ਨਾਲ ਮੇਰਾ ਕਿਹੜਾ ਕੋਈ ਵੈਰ ਹੈ, ਪਰ ਇਹਨਾਂ ਦੇ ਕਹੇ ਲਾਲਚ ਵਿੱਚ ਆ ਗਿਆ ਕਿ ਬਾਦਸ਼ਾਹ ਮੇਰਾ ਮੁਰਾਤਬਾ ਬੜਾ ਵੱਡਾ ਕਰ ਦੇਗਾ, ਬੜੀ ਮੈਨੂੰ ਖਿੱਲਤ ਪ੍ਰਾਪਤ ਹੋਵੇਗੀ, ਤੇ ਬਹੁਤ ਵੱਡੀ ਸੈਨਾ ਲੈ ਕਰਕੇ ਇਤਿਹਾਸਕਾਰਾਂ ਨੇ ਇਸ ਯੁੱਧ ਵਿੱਚ ਅਬਦੁਲ ਖਾਨ ਦੀ ਸੈਨਾ 35,000 ਦਾ ਜ਼ਿਕਰ ਕੀਤਾ। ਜਿਵੇਂ ਕਵੀ ਰਾਜ ਜ਼ਿਕਰ ਕਰਨਗੇ, ਆਪਾਂ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਸਮੇਂ ਜਿੱਥੇ ਅੱਜ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਹੈ, ਸ਼੍ਰੀ ਹਰਗੋਬਿੰਦਪੁਰ ਨਗਰ ਦੇ ਅੰਦਰ, ਇਹ ਦੂਜਾ ਯੁੱਧ ਫਤਿਹ ਕਰਕੇ ਮਹਾਰਾਜ ਇੱਥੇ ਦੀਵਾਨ ਸਜਾਇਆ ਸੀ। ਤੇ ਸਤਿਗੁਰੂ ਜੀ ਦੀ ਪਵਿੱਤਰ ਯਾਦ ਵਿੱਚੋਂ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਹੈ। ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਬਹੁਤ ਤਕਰੀਬਨ ਮਹੀਨਾ 2 ਮਹੀਨੇ ਉੱਥੇ ਰਹਿ ਕੇ ਮਹਾਂਪੁਰਖ ਕਥਾ ਕਰਿਆ ਕਰਦੇ। ਤੇ ਉਸ ਦਮਦਮਾ ਸਾਹਿਬ ਅਸਥਾਨ ਤੇ 8 ਨੁੱਕਰਾਂ ਵਾਲਾ ਸਰੋਵਰ ਬਣਿਆ ਹੋਇਆ ਹੈ।
ਜਿਸ ਦੀ ਸੇਵਾ ਸ਼੍ਰੀਮਾਨ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਨੇ ਕਰਵਾਈ। ਇਹ ਸਾਰਾ ਇਤਿਹਾਸ ਹੁਣ ਕੁਝ ਪ੍ਰਸੰਗ ਉਸੇ ਹੀ ਸਥਾਨ ਦੇ ਆਉਣਗੇ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਯੁੱਧ ਫਤਿਹ ਕੀਤਾ ਹੈ, ਉਹ ਸਾਧ ਸੰਗਤ ਜੀ ਇਤਿਹਾਸ ਆ ਰਿਹਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੁਝ ਜਰਨੈਲ ਸਿੱਖ ਸ਼ਹੀਦ ਹੋਏ ਆ। ਅਬਦੁਲ ਖਾਨ ਦੀ ਬੜੀ ਵੱਡੀ ਫੌਜ ਮਾਰੀ ਗਈ ਹੈ। ਸਭ ਤੋਂ ਵੱਡੀ ਅਬਦੁਲ ਖਾਨ ਨੂੰ ਉਦੋਂ ਸੱਟ ਵੱਜੀ ਜਦੋਂ ਇਹਦਾ ਵੱਡਾ ਪੁੱਤਰ ਨਬੀ ਬਖਸ਼ ਮਾਰਿਆ ਗਿਆ। ਫਿਰ ਕਰੀਮ ਬਖਸ਼ ਵੀ ਮਾਰਿਆ ਗਿਆ, ਸਿੱਖਾਂ ਨਾਲ ਲੜਦਾ ਹੋਇਆ। ਬੜਾ ਉਹਦਾ ਪੁਰਸ਼ਾਰਥ ਸੀ, ਬਹੁਤ ਯੋਧਾ ਸੀ, ਪਰ ਸਿੱਖਾਂ ਦੀ ਸ੍ਰੀ ਸਾਹਿਬ ਦੀ ਭੇਟ ਚੜ ਗਿਆ। ਅਬਦੁਲ ਖਾਨ ਬਹੁਤ ਜ਼ਿਆਦਾ ਪਛਤਾਇਆ। ਇਹਨਾਂ ਦੋਹਾਂ ਨੂੰ ਉਸਨੇ ਤੇ ਸਮੇਂ ਬੜਾ ਜ਼ਿਆਦਾ ਝਿੜਕਿਆ ਵੀ ਕਿ ਮੈਂ ਕਾਹਨੂੰ ਤੁਹਾਡੇ ਆਖੇ ਲੱਗ ਕੇ ਚੜ ਕੇ ਆ ਗਿਆ। ਹੁਣ ਪੁੱਤਰ ਮਰਵਾ ਚੁੱਕਾ ਸੀ, ਪਿੱਛੇ ਵੀ ਨਹੀਂ ਸੀ ਹਟਣਾ ਚਾਹੁੰਦਾ। ਇਹਨਾਂ ਦੋਹਾਂ ਨੂੰ ਤੇ ਸਮੇਂ ਲਲਕਾਰ ਕੇ ਆਪਣੇ ਨਾਲ ਲੈ ਕਰਕੇ ਅਬਦੁਲ ਖਾਨ ਨੇ ਰਣ ਤੱਤੇ ਵਿੱਚ ਅੱਗੇ ਵਧਣਾ ਕੀਤਾ। ਜੰਗ ਦਾ ਰੂਪਕ ਬੰਨ੍ਹਦੇ ਹੋਏ ਕਵੀ ਰਾਜ ਜਿਵੇਂ ਹਜੂਰ ਦਾ ਇਹਨਾਂ ਨਾਲ ਯੁੱਧ ਹੋਇਆ, ਉਹ ਯੁੱਧ ਦੀ ਕਥਾ ਸਾਧ ਸੰਗਤ ਜੀ ਆ ਰਹੀ ਹੈ। ਮਨ ਚਿੱਤ ਬਿਰਤੀ ਇਕਾਗਰ ਕਰਕੇ ਪਿਆਰ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਰ ਗਏ ਵੀਰ ਜੇ ਧਰਨਹਾਰ। ਜੰਗ ਦਾ ਮੈਦਾਨ ਕਿਹੋ ਜਿਹਾ ਹੈ, ਇਹ ਕਵੀ ਰਾਜ ਦਿਖਾ ਰਹੇ ਹੈ। ਕੱਲ ਦੱਸ ਰਹੇ ਸੀ ਨਾ ਕਿ ਸ਼ਸਤਰ ਖਿਲਰੇ ਪਏ ਐ ਜਿਨ੍ਹਾਂ ਦਾ ਬਹੁਤ ਭਾਰੀ ਮੁੱਲ ਹੈ, ਤੇ ਉਹਨਾਂ ਨੂੰ ਧਾਰਨ ਕਰਨ ਵਾਲੇ ਮੈਦਾਨੇ ਜੰਗ ਦੇ ਵਿੱਚ ਲਿਟ ਗਏ ਐ, ਮਰ ਚੁੱਕੇ ਐ। ਜਿਹੜਾ ਇਹਨਾਂ ਮਹਿੰਗੇ ਸ਼ਸਤਰਾਂ ਨੂੰ ਧਾਰਨ ਕਰਨ ਵਾਲੇ ਨੇ, ਕੁਛ ਰਹੇ ਆਨ ਥੋੜੇ ਜੁਝਾਰ। ਕੁਝ ਥੋੜੇ ਹੀ ਇਹ ਲੜਾਕੂ ਜਿਹੜੇ ਹਨ ਤੁਰਕ ਸਿਪਾਹੀ ਰਹਿ ਗਏ ਨੇ। ਹਾਏ ਮਰੇ ਪਰੇ ਜੈ ਕਹਿ ਬਿਲੰਦ। ਜਿੱਥੇ ਕਿੱਥੇ ਘੋੜੇ ਮਰੇ ਪਏ ਐ, ਲੋਥਾਂ ਦੇ ਢੇਰ ਲੱਗੇ ਪਏ ਐ। ਲਹੂ ਜਿਹੜਾ ਹੈ ਉਹ ਢੇਰਾਂ ਦੇ ਵਿੱਚੋਂ ਇਉਂ ਚੋਰਿਆ ਜਿਵੇਂ ਪਹਾੜਾਂ ਚੋਂ ਕੋਈ ਝਰਨੇ ਛੁੱਟਦੇ ਆ। ਇਹ ਰੂਪਕ ਕਿਉਂ ਬੰਨੇ ਆ, ਜੰਗ ਦੀ ਕਥਾ ਕਿਉਂ ਸੁਣੀਂਦੀ ਹੈ? ਸਾਧ ਸੰਗਤ ਜੀ, ਇਹ ਕਾਇਰਤਾ ਨੂੰ ਹਰਦੀਆਂ ਇਹ ਕਥਾ ਕਹਾਣੀਆਂ। ਸਾਡੇ ਅੰਦਰੋਂ ਜੜਤਾ ਨੂੰ, ਮੂਰਖਤਾਈ ਨੂੰ, ਕਾਇਰਪੁਣੇ ਨੂੰ ਨਾਸ਼ ਕਰਦੀਆਂ, ਬੁਜਦਲਪੁਣੇ ਨੂੰ ਨਾਸ਼ ਕਰਦੀਆਂ ਕਥਾ ਕਹਾਣੀਆਂ। ਜਦੋਂ ਕਿਸੇ ਮਨੁੱਖ ਨੇ ਇਹੋ ਜਿਹਾ ਮੰਜ਼ਰ ਦੇਖਿਆ ਨਾ ਹੋਵੇ, ਸੁਣਿਆ ਨਾ ਹੋਵੇ, ਸਾਧ ਸੰਗਤ ਜੀ, ਜਿਹੜਾ ਕਾਇਰ ਹੁੰਦਾ, ਥੋੜੇ ਦਿਲ ਵਾਲਾ ਹੁੰਦਾ, ਉਹ ਤਾਂ ਸੂਈ ਵੱਜਣ ਨਾਲ ਥੋੜਾ ਜਿਹਾ ਲਹੂ ਨਿਕਲਦਾ ਤੇ ਰੰਗ ਬੱਗਾ ਹੋ ਜਾਂਦਾ। ਥੋੜਾ ਜਿਹਾ ਲਹੂ ਵੇਖ ਕੇ ਡਰ ਜਾਂਦੇ ਆ। ਤੇ ਜਦੋਂ ਯੁੱਧ ਹੁੰਦਾ ਹੈ, ਉਹ ਤਾਂ ਜਿਹੜਾ ਸਾਰਾ ਦ੍ਰਿਸ਼ ਹੈ ਉਹ ਕੋਈ ਜਿਗਰੇ ਵਾਲਾ ਹੀ ਵੇਖ ਸਕਦਾ ਹੈ। ਲੜਨਾ ਜਿਹੜਾ ਨਾ, ਯੁੱਧ ਕਰਨਾ, ਉਹ ਕਿਸੇ ਮਰਦ ਦੇ ਹਿੱਸੇ ਆਇਆ ਹੈ। ਡਰਪੋਕ ਕਾਇਰ ਨਹੀਂ ਲੜ ਸਕਦੇ। ਸਤਿਗੁਰੂ ਜੀ ਦੇ ਇਹ ਪਵਿੱਤਰ ਇਤਿਹਾਸ ਦੇ ਬਣੇ ਹੋਏ ਗ੍ਰੰਥ ਸਾਡੀਆਂ ਨਸਲਾਂ ਨੂੰ ਕਾਇਰ ਪੁਣੇ ਤੋਂ ਬਚਾਉਂਦੀਆਂ, ਕਿ ਸਾਡੇ ਜਿਹੜੇ ਬੱਚੇ ਐ, ਸਾਡੀ ਜਿਹੜੀ ਜਨਰੇਸ਼ਨ ਹੈ, ਸਿੱਖ ਕੌਮ ਹੈ, ਇਹ ਸੂਰਬੀਰ ਬਣੀ ਰਹੇ। ਸਤਿਗੁਰੂ ਜੀ ਦੀਆਂ ਕਥਾ ਕਹਾਣੀਆਂ ਸੁਣ ਕਰਕੇ ਹੀ ਸਾਡੇ ਅੰਦਰੋਂ ਜੜਤਾ ਤੇ ਮੂਰਖਤਾ ਪੁਣਾ ਨਾਸ਼ ਹੁੰਦਾ ਹੈ, ਕਾਇਰ ਪੁਣਾ ਨਾਸ਼ ਹੁੰਦਾ ਹੈ। ਇਹ ਜੋ ਕੁਝ ਵੇਖੀਦਾ ਨਾ, ਵਾਹਿਗੁਰੂ ਜੋ ਕੁਝ ਸੁਣੀਦਾ, ਉਹ ਆਪਣੇ ਮਨ ਵਿੱਚ ਅਮੇਜਨ ਕਰੀਦਾ ਫਿਰ ਕਿ ਕਿਹੋ ਜਿਹਾ ਉਹ ਦ੍ਰਿਸ਼ ਹੋਵੇਗਾ, ਕਿਉਂਕਿ ਕੌਮ ਨੇ ਬੜੀ ਵਾਰੀ ਇਹ ਦ੍ਰਿਸ਼ ਵੇਖਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਜੂਨ 1984 ਵਿੱਚ ਵੇਖਿਆ। ਜਿਸ ਪਵਿੱਤਰ ਸਰੋਵਰ ਤੋਂ ਆਪਾਂ ਚੂੜਾ ਲੈਨੇ ਆ, ਇਸ਼ਨਾਨ ਕਰਦੇ ਆ, ਉਹ ਪਵਿੱਤਰ ਸਰੋਵਰ ਲਹੂ ਨਾਲ ਰੰਗਿਆ ਗਿਆ ਸੀ, ਲਾਲ ਹੋ ਗਿਆ ਸੀ। ਤੇ ਸਰੋਵਰ ਦੀਆਂ ਪ੍ਰਕਰਮਾਂ ਵਿੱਚ ਲੋਥਾਂ ਸੀਗੀਆਂ।
ਜਿੱਥੇ ਸ਼ਹੀਦਾਂ ਦੇ ਸਰੀਰ ਸੀ ਉੱਥੇ ਫੌਜ ਦੀਆਂ ਵੀ ਬਹੁਤ ਲੋਥਾਂ ਖਿਲ ਰਹੀਆਂ ਸੀਗੀਆਂ। ਜੰਗ ਹੈ। ਜਿਹੜਾ ਕੋਈ ਥੋੜੇ ਦਿਲ ਵਾਲਾ ਇਹੋ ਜਿਹਾ ਸੀਨ ਵੇਖਦਾ, ਇਹੋ ਜਿਹਾ ਚਿੱਤਰ ਵੇਖਦਾ, ਉਹਦੇ ਕੋਲੋਂ ਸਾਧ ਸੰਗਤ ਜੀ ਫਿਰ ਦੇਖਿਆ ਨਹੀਂ ਜਾਂਦਾ, ਉਹਦੇ ਹਾਲਾਤ ਸਮਾਨ ਨਹੀਂ ਰਹਿੰਦੇ। ਤੇ ਜਿਹਦਾ ਸਰੀਰ ਤੇ ਮਨ ਸਮਾਨ ਨਾ ਰਹੇ ਉਹ ਲੜ ਕਿਵੇਂ ਸਕਦਾ? ਪਰ ਲੜ ਨਹੀਂ ਸਕਦਾ। ਹਿਰਦਾ ਮਜ਼ਬੂਤ ਚਾਹੀਦਾ। ਇਹ ਜੰਗ ਦਾ ਦ੍ਰਿਸ਼ ਦਿਖਾ ਰਹੇ ਆ ਕਵਿਰਾਜ ਕਿ ਜੰਗ ਦਾ ਦ੍ਰਿਸ਼ ਕਿਹੋ ਜਿਹਾ ਹੈ। ਥਾਵਾਂ ਥਾਵਾਂ ਤੇ ਘੋੜੇ ਮਰੇ ਪਏ ਆ, ਲੋਥਾਂ ਦੇ ਢੇਰ ਲੱਗੇ ਪਏ ਆ, ਉਹਨਾਂ ਵਿੱਚੋਂ ਖੂਨ ਜਿਹੜਾ ਹੈ ਪਰਨਾਲਿਆਂ ਦੀ ਤਰ੍ਹਾਂ ਜ਼ਖਮਾਂ ਦੇ ਵਿੱਚੋਂ ਕੱਪ ਕੱਪ ਕਰਕੇ ਲਹੂ ਚੱਲ ਰਿਹਾ, ਪਰਨਾਲਿਆਂ ਦੀ ਤਰ੍ਹਾਂ ਲਹੂ ਵਹਿ ਰਿਹਾ ਏ। ਕੋ ਤਰਫ ਤਰਫ ਹੋਵਤ ਨਿਕੰਦ, ਤੇ ਕੋਈ ਤੜਫ ਤੜਫ ਕੇ ਮਰ ਰਹੇ, ਕਿਉਂਕਿ ਉੱਥੇ ਕਿਹੜੀ ਕੋਈ ਦਵਾਈ ਬੂਟੀ ਕਰਨ ਵਾਲਾ ਹੈ। ਵੱਡਾ ਜ਼ਖਮ ਲੱਗਾ ਹੈ, ਜ਼ਖਮ ਦੀ ਤਾਬ ਨਾ ਚੱਲਦਾ ਹੋਇਆ ਹਾਏ ਪਾਣੀ ਕਰਦੇ ਤੁਰਕ ਮਰ ਰਹੇ ਆ। ਜਿਨ ਜੀਨ ਜਰਤ ਅਰਹੀਮ ਕੇਰ, ਜਿਹੜੇ ਘੋੜੇ ਹੋ ਜੇ ਜਿਨ੍ਹਾਂ ਦੀ ਜੀਨ ਕਾਠੀ ਜਿਹੜੀ ਹੈ ਰਜਤ ਚਾਂਦੀ ਦੀਆਂ ਕਾਠੀਆਂ ਪਈਆਂ ਹੋਈਆਂ, ਫਿਰ ਸੋਨੇ ਦੀਆਂ ਕਾਠੀਆਂ ਵਾਲੇ ਘੋੜੇ ਮੈਦਾਨੇ ਜੰਗ ਦੇ ਵਿੱਚ ਸਾਧ ਸੰਗਤ ਜੀ ਮਰੇ ਪਏ। ਇਹੋ ਜੇ ਅਮੀਰ ਇਹ ਤੁਰਕ ਅਬਦੁਲ ਖਾਨ ਦੇ ਵੱਡੇ ਵੱਡੇ ਸੈਨਾਪਤੀ, ਕਰੀਮ ਬਖਸ਼ ਦੀ ਵੀ ਜਿਹੜੀ ਕਾਠੀ ਸੀ ਘੋੜਾ ਉਹ ਸੋਨੇ ਦੀ ਕਾਠੀ ਵਾਲਾ ਸੀ, ਨਬੀ ਬਖਸ਼ ਦਾ ਵੀ ਘੋੜਾ ਸੋਨੇ ਦੀ ਕਾਠੀ ਵਾਲਾ ਸੀ। ਉਹ ਸਭ ਮੈਦਾਨੇ ਜੰਗ ਦੇ ਵਿੱਚ ਉਵੇਂ ਹੀ ਸੋਨੇ ਦੀਆਂ ਕਾਠੀਆਂ ਚਾਂਦੀ ਦੀਆਂ ਕਾਠੀਆਂ ਸਮੇਤ ਘੋੜੇ ਮਰੇ ਪਏ ਆ। ਕੋ ਵਿਚਰਤ ਛੂਛੇ ਹੇਰ ਹੇਰ, ਕੋਈ ਜਿਹੜੇ ਐ ਛੂਛੇ ਹੁੰਦਾ ਖਾਲੀ ਮੈਦਾਨੇ ਜੰਗ ਦੇ ਅੰਦਰ ਘੋੜੇ ਇੱਧਰ ਉੱਧਰ ਦੌੜ ਰਹੇ ਆ ਵੇਖ ਵੇਖ ਕਰਕੇ। ਭੱਟ ਪਰੇ ਕਿਤਕ ਘਾਇਲ ਮਹਾਨ, ਕਿੰਨੇ ਕੁ ਘਾਇਲ ਸੂਰਮੇ ਮੈਦਾਨੇ ਜੰਗ ਦੇ ਵਿੱਚ ਡਿੱਗੇ ਪਏ ਆ। ਦ੍ਰਿੜੰਤ ਸਭਨ ਦੇ ਪ੍ਰਾਨ ਹਾਨ, ਤੇ ਉਹ ਘਾਇਲ ਬਚ ਸਕਦੇ ਆ ਪਰ ਦੌੜਦੇ ਹੋਏ ਘੋੜੇ ਆਪਣੀਆਂ ਟਾਪਾਂ ਨਾਲ ਦਲੀ ਜਾਂਦੇ। ਜਿਸ ਦੇ ਸਿਰ ਵਿੱਚ ਘੋੜੇ ਦਾ ਪੌੜ ਵੱਜਦਾ ਹੈ, ਥੋੜਾ ਬਹੁਤਾ ਘਾਇਲ ਜ਼ਖਮੀ ਵੀ ਥਾਂ ਤੇ ਖਤਮ ਹੋ ਜਾਂਦਾ ਏ। ਇਸ ਕੀ ਸੰਭਾਰ ਨਾ ਹੋਏ ਲੇਤ, ਤੇ ਕਿਸੇ ਦੀ ਵੀ ਸੰਭਾਲ ਨਹੀਂ ਹੋ ਰਹੀ, ਕੋਈ ਕਿਸੇ ਦੀ ਆਵਾਜ਼ ਨਹੀਂ ਸੁਣ ਰਿਹਾ। ਉੱਤੇ ਆਕਾਸ਼ ਵਿੱਚ ਗਿਲਜਾਂ ਤੇ ਚੀਲਾਂ ਨੇ ਚੀਕਾਂ ਮਾਰ ਮਾਰ ਕੇ ਉੱਚੀ ਉੱਚੀ ਆਲਾ ਦੁਆਲਾ ਜਿਹੜਾ ਹੈ ਉਹਨੂੰ ਬੜੇ ਸ਼ਬਦ ਨਾਲ ਸ਼ੋਰ ਨਾਲ ਭਰ ਦਿੱਤਾ ਹੈ। ਮੈਦਾਨੇ ਜੰਗ ਵਿੱਚ ਹਾਏ ਹਾਏ ਦੀਆਂ ਆਵਾਜ਼ਾਂ ਤੁਰਕ ਮਰੇ ਪਏ ਕਰ ਰਹੇ ਆ, ਕੋਈ ਸਹਿਕ ਰਹੇ ਆ, ਕੋਈ ਤੜਫ ਰਹੇ ਆ। ਇਉਂ ਘੋੜਿਆਂ ਦੇ ਦਲ ਨਾਲ ਮਰ ਰਹੇ ਆ। ਬਹੁ ਮਰੇ ਅਲਪ ਰਹਿ ਗਏ ਸੋ ਖੇਤ, ਬਹੁਤੀ ਸੈਨਾ ਤੁਰਕਾਂ ਦੀ ਮਾਰੀ ਗਈ ਹੈ, ਥੋੜੀ ਹੀ ਸੈਨਾ ਜਿਹੜੀ ਹੈ ਨਾ ਅਲਪ ਥੋੜੀ ਸੈਨਾ ਮੈਦਾਨੇ ਜੰਗ ਦੇ ਅੰਦਰ ਰਹਿ ਗਈ ਹੈ। ਇਸ ਕਾਲ ਮਾਰ ਪੀ ਕਸ਼ਕ ਐਸ, ਇਸ ਕਾਲ ਤਿਸ ਸਮੇਂ ਇਸ ਤਰ੍ਹਾਂ ਦੀ ਕੁਛ ਮਾਰ ਹੋਈ ਹੈ। ਮਰ ਗਏ ਤੁਰਕ ਲਿਖਿਅਤ ਨਾ ਕੈਸ, ਇਹ ਤੁਰਕ ਸੈਨਾ ਇੰਨੀ ਕਿਵੇਂ ਮਰ ਗਈ ਹੈ ਲਖਿਆ ਨਹੀਂ ਜਾਂਦਾ, ਜਾਣਿਆ ਨਹੀਂ ਜਾਂਦਾ ਕਿ ਕਿਸ ਤਰ੍ਹਾਂ ਮਰ ਗਈ। ਜਿਹਦੇ ਪੱਖ ਵਿੱਚ ਧਰਮ ਹੋਵੇ ਨਾ ਉਹਦੀ ਮਦਦ ਨਿਰੰਕਾਰ ਕਰਦਾ। ਜਿਹੜਾ ਅਧਰਮ ਦੇ ਪੱਖ ਵਿੱਚ ਲੜ ਰਿਹਾ ਹੈ, ਕਿੱਡੀ ਵੱਡੀ ਸੈਨਾ ਹੋਵੇ ਕਿਸ ਤਰ੍ਹਾਂ ਨਾਸ਼ ਹੋ ਜਾਂਦੀ ਹੈ ਪਤਾ ਵੀ ਨਹੀਂ ਲੱਗਦਾ। ਇਸੇ ਤਰ੍ਹਾਂ ਵਾਪਰਿਆ। ਐਡੀ ਵੱਡੀ ਸੈਨਾ ਲੈ ਕੇ ਅਬਦੁਲ ਖਾਨ ਚੜਿਆ, ਨਹੀਂ ਪਤਾ ਲੱਗ ਰਿਹਾ ਕਿ ਇੰਨੀ ਜ਼ਿਆਦਾ ਸੈਨਾ ਉਹ ਕਿਵੇਂ ਮਾਰੀ ਗਈ ਹੈ। ਕੁਛ ਰਹੇ ਸ਼ੇਸ਼ ਤਜ ਜੀਵਨ ਆਸ, ਕੁਝ ਜਿਹੜੇ ਸ਼ੇਸ਼ ਬਾਕੀ ਰਹਿ ਗਏ ਐ ਉਹਨਾਂ ਨੇ ਜਿਉਣ ਦੀ ਆਸ ਹੀ ਛੱਡ ਦਿੱਤੀ, ਹੌਸਲੇ ਹੀ ਪਸਤ ਹੋ ਗਏ। ਜਦੋਂ ਫੌਜ ਦਾ ਹੌਸਲਾ ਡਿੱਗ ਜਾਵੇ ਨਾ ਫਿਰ ਨਹੀਂ ਲੜਿਆ ਜਾਂਦਾ। ਜਰਨੈਲ ਵੀ ਫੌਜ ਦੇ ਹੌਸਲੇ ਤੇ ਲੜਦੇ ਐ, ਫੌਜ ਨੇ ਅੱਗੇ ਲੜਨਾ ਹੁੰਦਾ, ਜਰਨੈਲ ਤਾਂ ਕਮਾਂਡ ਦਿੰਦੇ। ਅਖੀਰ ਚ ਫਿਰ ਜਰਨੈਲ ਵੀ ਜੂਝ ਜਾਂਦੇ ਜਿਹੜੇ ਬਲੀ ਬਹਾਦਰ ਹੁੰਦੇ। ਇਹ ਜਿਹੜੀ ਬਾਜੀ ਹੈ ਨਾ ਸੈਨਾ ਤੁਰਕਾਂ ਦੀ, ਇਹਨਾਂ ਦੇ ਹੌਸਲੇ ਹੀ ਡਿੱਗ ਗਏ ਐ, ਬਹੁਤ ਹੌਸਲੇ ਪਸਤ ਹੋ ਗਏ ਆ। ਕਾਇਰ ਭਜੰਤ ਧਰ ਅਧਿਕ ਤਰਾਸ, ਬਹੁਤਾ ਜ਼ਿਆਦਾ ਡਰ ਧਾਰ ਕੇ ਜਿਹੜੇ ਕਾਇਰ ਆ ਉਹ ਤਾਂ ਦੌੜ ਰਹੇ ਆ। ਜਦੋਂ ਯੁੱਧ ਲੱਗਦਾ ਹੈ ਨਾ ਉਦੋਂ ਸਿੱਖ ਰੈਜੀਮੈਂਟਾਂ ਨੂੰ ਹੀ ਅੱਗੇ ਕਰ ਦਿੰਦੇ ਆ, ਬਾਕੀ ਰੈਜੀਮੈਂਟਾਂ ਦੇ ਵਿੱਚ ਇਹ ਸਾਧ ਸੰਗਤ ਜੀ ਬਹੁਤ ਸਾਰੇ ਫੌਜੀ ਵੀਰ ਵੀ ਦੱਸਦੇ ਆ, ਉਹ ਸਾਬਣ ਪੀ ਪੀ ਕੇ ਤੇ ਦਸਤ ਲਵਾ ਲੈਂਦੇ ਆ ਕਿ ਮੇਰੀ ਸਿਹਤ ਨਹੀਂ ਠੀਕ, ਮੈਂ ਹੁਣ ਅੱਗੇ ਲੜ ਨਹੀਂ ਸਕਦਾ।
ਤੇ ਆਪਣੇ ਸਿੱਖਾਂ ਵਿੱਚ ਇਹ ਰਵਾਇਤ ਹੈ ਕਿ ਫਿਰ ਉਹ ਛੁੱਟੀ ਵੀ ਕੈਂਸਲ ਕਰ ਦਿੰਦੇ ਆ ਕਿ ਜੇ ਯੁੱਧ ਦਾ ਸਮਾਂ ਤਾਂ ਮੈਂ ਅੱਗੇ ਜਾ ਕੇ ਵੱਧ ਕੇ ਲੜੂੰਗਾ। ਇਸ ਤਰ੍ਹਾਂ ਦੀ ਹਾਲਤ ਹੈ। ਜਿਹੜੇ ਕਾਇਰ ਹੈ ਉਹ ਮੈਦਾਨੇ ਜੰਗ ਨੂੰ ਛੱਡ ਕੇ ਦੌੜ ਗਏ ਹੈ ਕਿ ਕੀ ਨੌਕਰੀ ਕਰਨੀ ਅਬਦੁਲ ਖਾਨ ਦੀ, ਮੌਤ ਤੋਂ ਡਰਦੇ ਐ, ਮੈਦਾਨੇ ਜੰਗ ਨੂੰ ਛੱਡ ਦਿੱਤਾ ਏ। ਦੇਖ ਅਬਦੁਲ ਖਾਨ ਬਿਸਮਿਓ ਵਿਸ਼ੇਸ਼, ਅਬਦੁਲ ਖਾਨ ਵੇਖ ਕਰਕੇ ਬਹੁਤ ਜ਼ਿਆਦਾ ਤੇ ਸਮੇਂ ਹੈਰਾਨ ਹੋਇਆ ਕਿਨ ਮਰੀ ਹਸੈਨ ਰਹਿ ਅਲਪ ਸ਼ੇਸ਼, ਕਿ ਕਿਵੇਂ ਇਹ ਮੇਰੀ ਸਾਰੀ ਸੈਨਾ ਮਾਰੀ ਗਈ ਹੈ ਤੇ ਸ਼ੇਸ਼ ਥੋੜੀ ਜਿਹੜੀ ਹੈ ਨਾ ਅਲਪ ਬੜੀ, ਬਾਕੀ ਥੋੜੀ ਰਹਿ ਗਈ ਹੈ। ਰਣ ਵਿਖੇ ਜੀਤ ਅਰ ਜੀਵਨ ਆਸ, ਜੰਗ ਦੇ ਵਿੱਚ ਜਿੱਤਣ ਦੀ ਅਤੇ ਜਿਉਂਦੇ ਰਹਿਣ ਦੀ ਜਿਹੜੀ ਆਸਾ ਹੈ। ਹੋਏ ਗੋ ਨਿਰਾਸ਼ ਪਿਖ ਸਕਲ ਨਾਸ਼, ਸਾਰੀ ਸੈਨਾ ਮਰੀ ਹੋਈ ਵੇਖ ਕਰਕੇ ਨਾ ਅਬਦੁਲ ਖਾਨ ਨਿਰਾਸ਼ ਹੋ ਗਿਆ। ਇਹਨੂੰ ਜਿੱਤਣ ਦੀ ਆਸਾ ਮੁੱਕ ਗਈ, ਜਿਉਂਦੇ ਰਹਿਣ ਦੀ ਵੀ ਆਸ ਇਹਨੇ ਛੱਡ ਦਿੱਤੀ। ਅਬ ਮਰੋ ਜੰਗ ਕੇ ਸਮੁਖ ਹੋਏ, ਸੋਚਦਾ ਅਬਦੁਲ ਖਾਨ ਕਿ ਹੁਣ ਤਾਂ ਪੁੱਤਰ ਮਰਵਾ ਲਏ, ਸੈਨਾ ਮਰਵਾ ਲਈ, ਹੁਣ ਮੈਦਾਨੇ ਜੰਗ ਵਿੱਚ ਸਾਹਮਣੇ ਹੋ ਕਰਕੇ ਮੈਂ ਮਰਨਾ ਕਰਾਂ। ਕਹਿ ਹੱਥੋਂ ਗੁਰੂ ਨਿਜ ਦ੍ਰਿਸ਼ਟ ਜੋਏ, ਜਾਂ ਆਪਣੀਆਂ ਅੱਖਾਂ ਨਾਲ ਵੇਖ ਕੇ ਗੁਰੂ ਸਾਹਿਬ ਜੀ ਨੂੰ ਮਾਰ ਦੇਵਾਂ। ਨਹਿ ਥਿਰੋਂ ਦੂਰ ਅਬ ਲਿਓ ਦੇਖ, ਹੁਣ ਦੂਰ ਨਾ ਮੈਂ ਟਿਕਾਂ, ਨੇੜੇ ਹੋਵਾਂ ਤੇ ਗੁਰੂ ਸਾਹਿਬ ਨੂੰ ਵੇਖਣਾ ਕਰਾਂ। ਕਿਮ ਹਤੈ ਸ਼ਸਤਰ ਗੁਰ ਭਾਵਿਸ਼ੇਖ, ਕਿ ਗੁਰੂ ਸਾਹਿਬ ਸ਼ਸਤਰ ਕਿਵੇਂ ਮਾਰਦੇ, ਕਿਵੇਂ ਵਿਸ਼ੇਸ਼ ਉਹਨਾਂ ਦੇ ਤੀਰ ਚੱਲਦੇ ਆ। ਕਿਉਂਕਿ ਪਿੱਛੇ ਖਲੋਤਾ ਅਬਦੁਲ ਖਾਨ ਹਜੇ ਤੱਕ ਤਾਂ ਸੁਣੀ ਜਾਂਦਾ ਸੀ ਨਾ, ਜਿਹੜੇ ਅੱਗੇ ਲੜਦੇ ਸੀ ਮੋਰਚੇ ਦੇ ਵਿੱਚ, ਉਹ ਦੱਸਦੇ ਸੀ ਅਬਦੁਲ ਖਾਨ ਨੂੰ ਕਿ ਗੁਰੂ ਸਾਹਿਬ ਇੱਕ ਤੀਰ ਮਾਰਦੇ ਤੇ 7 ਨੂੰ ਪਾੜ ਕੇ ਪਾਰ ਲੰਘਦਾ। ਘੋੜੇ ਦੇ ਤੀਰ ਵੱਜਦਾ ਤੇ ਵਲ ਖਾ ਕੇ ਘੋੜਾ ਧਰਤੀ ਤੇ ਡਿੱਗ ਪੈਂਦਾ। ਅਬਦੁਲ ਖਾਨ ਨੇ ਸੁਣਿਆ ਸੀ ਗੁਰੂ ਸਾਹਿਬ ਦਾ ਪੁਰਸ਼ਾਰਥ, ਮਨ ਵਿੱਚ ਸੋਚਦਾ ਵੇਖਾਂ ਅੱਖਾਂ ਨਾਲ ਕਿ ਗੁਰੂ ਸਾਹਿਬ ਜੀ ਸ਼ਸਤਰ ਚਲਾਉਂਦੇ ਕਿਵੇਂ ਆ, ਕਿਹੋ ਜੀ ਮਹਾਰਤ ਹੈ ਉਹਨਾਂ ਕੋਲ ਸ਼ਸਤਰ ਚਲਾਉਣ ਦੀ। ਇਹ ਸੰਗ ਜੁਟੋ ਮੈਂ ਆਪ ਜਾਏ, ਹੁਣ ਮੈਂ ਆਪ ਗੁਰੂ ਸਾਹਿਬ ਨਾਲ ਜੁਟ ਜਾਵਾਂ ਜਾ ਕਰਕੇ, ਕਿਉਂਕਿ ਇਹ ਵੀ ਰਣਨੀਤੀ ਹੁੰਦੀ। ਜਦੋਂ ਸੈਨਾ ਥੋੜੀ ਰਹਿ ਜੇ ਨਾ ਤੇ ਫਿਰ ਜਿੱਤਣ ਦੀ ਆਸ ਹੋਰ ਤਾਂ ਮੁੱਕ ਗਈ ਹੁੰਦੀ ਹੈ। ਫਿਰ ਜਿਹੜੇ ਜਰਨੈਲ ਹੁੰਦੇ ਉਹ ਸੋਚਦੇ ਆ ਕਿ ਮੁਖੀ ਨਾਲ ਹੀ ਭਿੜਾਂ, ਜੇ ਮੈਂ ਮਾਰ ਲਿਆ ਤੇ ਫਿਰ ਵੀ ਮੇਰੀ ਜਿੱਤ ਹੋ ਸਕਦੀ। ਸੈਨਾ ਨਾਲ ਲੜਿਆ ਤੇ ਇਧਰੋਂ ਉਧਰ ਹੀ ਹੁਣ ਜਿੱਤ ਨਹੀਂ ਹੋਣੀ। ਇਸ ਰਣਨੀਤੀ ਨੂੰ ਵਿਚਾਰਦਿਆਂ ਹੋਇਆ ਅਬਦੁਲ ਖਾਨ ਨੇ ਸੋਚਿਆ ਕਿ ਗੁਰੂ ਸਾਹਿਬ ਦੇ ਨਾਲ ਹੀ ਮੈਂ ਭਿੜਨਾ ਕਰਾਂ। ਮੋ ਲੜੇ ਬਿਨਾ ਨਹਿ ਕੋ ਉਪਾਏ, ਮੇਰੇ ਲੜੇ ਤੋਂ ਬਿਨਾ ਹੁਣ ਹੋਰ ਕੋਈ ਉਪਾਅ ਤੇ ਯਤਨ ਨਹੀਂ ਰਹਿ ਗਿਆ। ਗੁਰ ਹਾਥ ਸਾਥ ਮਰਿਓ ਲਰੰਤ, ਜਾਂ ਤਾਂ ਫਿਰ ਗੁਰੂ ਸਾਹਿਬ ਜੀ ਦੇ ਹੱਥੋਂ ਹੀ ਮਰਾਂ ਹੁਣ ਲੜਦਾ ਹੋਇਆ ਮੈਦਾਨੇ ਜੰਗ ਦੇ ਅੰਦਰ, ਕਿਉਂਕਿ ਗੁਰੂ ਸਾਹਿਬ ਦੇ ਹੱਥੋਂ ਮਰਨਾ ਉਹ ਵੀ ਸ਼ਸਤਰ ਦੀ ਮੌਤ। ਸਾਧ ਸੰਗਤ ਜੀ, ਉਹਨੂੰ ਸਦਗਤੀ ਪ੍ਰਾਪਤ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਰੰਗੇ ਨੂੰ ਜਿਹੜਾ ਖਤ ਲਿਖਿਆ ਨਾ, ਜਿਹਨੂੰ ਫਤਿਹ ਦੀ ਚਿੱਠੀ ਕਹਿੰਦੇ ਆ, ਉਹਦੇ ਚ ਮਹਾਰਾਜ ਨੇ ਨਰੰਗੇ ਨੂੰ ਕਿਹਾ ਕਿ ਤੇਰਾ ਜਿਹੜਾ ਸੈਨਾਪਤੀ ਮੇਰੀ ਨਿਗਾਹ ਚੜਿਆ, ਮੈਂ ਇੱਕ ਇੱਕ ਤੀਰ ਉਹਨਾਂ ਨੂੰ ਮਜਬੂਰ ਹੋ ਕੇ ਬਖਸ਼ਿਆ। ਮੈਨੂੰ ਅਫਸੋਸ ਹੈ ਕਿ ਤੇਰਾ ਵੱਡਾ ਸੈਨਾਪਤੀ ਖਵਾਜਾ ਮਰਦੂਦ ਮੇਰੀ ਨਿਗਾਹ ਹੀ ਨਹੀਂ ਚੜਿਆ। ਜੇ ਮੇਰੀ ਨਿਗਾਹ ਚੜ ਜਾਂਦਾ ਤੇ ਮਜਬੂਰ ਹੋ ਕੇ ਇੱਕ ਤੀਰ ਮੈਂ ਉਹਨੂੰ ਵੀ ਬਖਸ਼ਣਾ ਸੀ। ਮਹਾਰਾਜ ਨੇ ਮਾਰਨਾ ਸ਼ਬਦ ਨਹੀਂ ਕਿਹਾ, ਕਿਉਂਕਿ ਸਤਿਗੁਰੂ ਜੀ ਦੇ ਦਸਤੇ ਮੁਬਾਰਕ ਤੋਂ ਜੇ ਸ਼ਸਤਰ ਵੀ ਨਿਕਲਦਾ ਨਾ ਤੇ ਪੁਰਾਣੀ ਮਾਤਰ ਵਾਸਤੇ ਉਹ ਵੀ ਪ੍ਰਸਾਦ ਹੀ ਹੈ, ਉਹਦੇ ਨਾਲ ਸਦਗਤੀ ਪ੍ਰਾਪਤ ਹੁੰਦੀ ਹੈ। ਇਹ ਅਬਦੁਲ ਖਾਨ ਭਾਵੇਂ ਚੜ ਆਇਆ ਏ ਪਰ ਸੂਰਬੀਰ ਹੈ, ਮਨ ਵਿੱਚ ਸੋਚਦਾ ਹੈ ਕਿ ਗੁਰੂ ਸਾਹਿਬ ਜੀ ਦੇ ਹੱਥੋਂ ਹੀ ਮਰਾਂ ਮੈਦਾਨੇ ਜੰਗ ਦੇ ਅੰਦਰ, ਕਿ ਮੇਰਾ ਫਿਰ ਅਪਜਸ ਨਾ ਹੋਵੇ। ਇਸ ਤਰ੍ਹਾਂ ਸੋਚਿਆ ਇਸਨੇ। ਲੈ ਕਹਿ ਲਿਓ ਮਾਰ ਰਣ ਹੋਏ ਅੰਤ, ਜਾਂ ਫਿਰ ਮੈਂ ਆਪ ਮਰ ਜਾਵਾਂਗਾ ਜਾਂ ਗੁਰੂ ਸਾਹਿਬ ਨੂੰ ਮਾਰ ਦਿਆਂਗਾ ਤੇ ਮੈਦਾਨੇ ਜੰਗ ਵਿੱਚ ਅੰਤ ਹੋ ਜਾਵੇਗਾ ਯੁੱਧ ਦਾ। ਇਸ ਵਿਦ ਵਿਚਾਰ ਮਨ ਕਸ਼ਟ ਪਾਏ, ਇਸ ਤਰ੍ਹਾਂ ਮਨ ਵਿੱਚ ਵਿਚਾਰ ਕਰਕੇ ਬੜਾ ਕਸ਼ਟ ਪਾਇਆ, ਬੜਾ ਦੁਖੀ ਹੋਇਆ ਪੁੱਤਰਾਂ ਦੀ ਮੌਤ ਦੇ ਸੋਗ ਕਰਕੇ। ਹਿਤ ਮਰਨ ਚੱਲਿਓ ਸੂਬਾ ਅਗਾਏ, ਇਹ ਜਲੰਧਰ ਦਾ ਸੂਬੇਦਾਰ ਅਬਦੁਲ ਖਾਨ ਮਰਨ ਵਾਸਤੇ ਚੱਲਿਆ ਰਣ ਤੱਤੇ ਵਿੱਚ। ਜੁਗ ਸੰਗ ਲੀਨ ਖੱਤਰੀ ਬਲੰਦ, ਜਿਹੜੇ ਦੋ ਖੱਤਰੀ ਹੈ ਨਾ, ਕੌਣ? ਰਤਨ ਚੰਦ ਤੇ ਕਰਮ ਚੰਦ।
ਇਹਨਾਂ ਨੂੰ ਨਾਲ ਲੈ ਲਿਆ ਇਸਨੇ। ਇੱਕ ਕਰਮ ਚੰਦ ਅਰ ਰਤਨ ਚੰਦ। ਵੇਖੋ ਉਹਨਾਂ ਦੇ ਨਾਂ ਦੱਸ ਰਹੇ ਕਵੀ ਰਾਜ। ਇੱਕ ਕਰਮ ਚੰਦ ਹੈ, ਚੰਦੂ ਦਾ ਪੁੱਤਰ ਵੈ। ਇੱਕ ਰਤਨ ਚੰਦ ਹੈ, ਭਗਵਾਨ ਦਾਸ ਘੇਰੜ ਦਾ ਪੁੱਤਰ ਵੈ। ਇਹ ਸਾਧ ਸੰਗਤ ਜੀ ਵੇਖੋ, ਕਰਮ ਚੰਦ ਨੇ ਆਪਣੇ ਪਿਤਾ ਦੀ ਕਰਤੂਤ ਨੂੰ ਨਹੀਂ ਵਿਚਾਰਿਆ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਾਂਤ ਸਰੂਪ ਸਤਿਗੁਰਾਂ ਜੀ ਦੇ ਉੱਤੇ ਤੱਤੇ ਰੇਤ ਦੇ ਕੜਛੇ ਭਰ ਭਰ ਪਾਏ ਸੀ। ਹਜੂਰ ਨੂੰ ਤੱਤੀ ਤਵੀ ਤੇ ਬਿਠਾਇਆ ਸੀ, ਯਾਸਾ ਦੀਆਂ ਸਜ਼ਾਵਾਂ ਦਿੱਤੀਆਂ ਸੀ। ਆਪਣੇ ਪਿਤਾ ਦੀ ਕਰਤੂਤ ਨੂੰ ਨਹੀਂ ਵੇਖਿਆ ਤੇ ਗੁਰੂ ਸਾਹਿਬ ਦੇ ਉੱਤੇ ਚੜ੍ਹਾਈ ਕਰਕੇ ਆ ਗਿਆ। ਇਹ ਕਰਮ ਚੰਦ ਹੈ, ਚੰਦੂ ਦਾ ਪੁੱਤਰ ਹੈ। ਕਰ ਬਾਮ ਦਾਹਿਨੇ ਚੋਹਨ ਵੀਰ। ਇਹਨਾਂ ਦੋਹਨ ਵੀਰ, ਦੋਹਾਂ ਸੂਰਮਿਆਂ ਨੂੰ ਆਪਣੇ ਇੱਕ ਨੂੰ ਖੱਬੇ ਪਾਸੇ ਕਰ ਲਿਆ ਅਬਦੁਲ ਖਾਨ ਨੇ, ਇੱਕ ਨੂੰ ਸੱਜੇ ਪਾਸੇ ਕਰ ਲਿਆ ਏ। ਗੁਰ ਸਮੁਖ ਚਲਿਓ ਹੈ ਕੈ ਅਪੀਰ। ਗੁਰੂ ਜੀ ਦੇ ਸਨਮੁਖ ਹੋ ਕਰਕੇ ਚੱਲ ਪਿਆ, ਨਿਰਭੈ ਹੋ ਕਰਕੇ। ਭੀਰ ਹੁੰਦਾ ਡਰ, ਅਪੀਰ ਹੁੰਦਾ ਡਰ ਤੋਂ ਰਹਿਤ ਹੋ ਕਰਕੇ। ਇਹ ਅਬਦੁਲ ਖਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ ਇਸਨੇ, ਮਹਾਰਾਜ ਨੂੰ ਅਜੇ ਆਪਣੀਆਂ ਅੱਖਾਂ ਨਾਲ ਨਹੀਂ ਵੇਖਿਆ। ਨਿਰਭੈ ਹੋ ਕੇ ਚੱਲ ਪਿਆ ਸਤਿਗੁਰੂ ਜੀ ਨਾਲ ਯੁੱਧ ਕਰਨ ਵਾਸਤੇ। ਵਿਧੀ ਆਦ ਸਿੱਖ ਜੇ ਲੜਤ ਔਰ। ਜਿੱਥੇ ਬਾਬਾ ਬਿਧੀ ਚੰਦ ਜੀ ਆਦਿ ਹੋਰ ਸਿੱਖ ਮੈਦਾਨੇ ਜੰਗ ਦੇ ਅੰਦਰ ਅੱਗੇ ਮੋਰਚੇ ਤੇ ਲੜ ਰਹੇ ਹਨ, ਤਜ ਸੁਪਟ ਤੁਰਕ ਤਿਨ ਸੰਗ ਠੌਰ। ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਅਬਦੁਲ ਖਾਨ ਨੇ ਆਪਣੇ ਤੁਰਕਾਂ ਦੀ ਫੌਜ ਜਿਹੜੀ ਸੀ ਅੱਗੇ ਕਰ ਦਿੱਤੀ। ਉਸ ਥਾਂ ਦੇ ਉੱਤੇ ਕਿ ਸਿੱਖਾਂ ਦਾ ਅੱਗਾ ਰੋਕੀ ਰੱਖੋ। ਤਹਿ ਤੇ ਸੁਟਰਿਓ ਗੁਰ ਜਾਹੇ ਥਾਨ। ਉਥੋਂ ਆਪ ਟਲ ਗਿਆ ਕਿ ਇਧਰ ਸੈਨਾ ਉਲਝੀ ਰਹੇਗੀ ਤੇ ਆਪ ਅਬਦੁਲ ਖਾਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਹਨ ਉਧਰ ਵੱਲ ਨੂੰ ਚੱਲ ਪਿਆ। ਪਹੁੰਚਿਓ ਨਵਾਬ ਤਹਿ ਤੁਰਤ ਆਨ। ਬੜੀ ਛੇਤੀ ਨਾਲ ਇਹ ਨਵਾਬ ਅਬਦੁਲ ਖਾਨ ਜਲੰਧਰ ਦਾ ਸੂਬੇਦਾਰ ਉਥੇ ਆ ਪਹੁੰਚਿਆ ਏ। ਬਹੁਰੀ ਦੇ ਧਾਰ ਗੁਰ ਪਿਖਨ ਚਾਹੇ। ਜਿਹਦੇ ਹਿਰਦੇ ਦੇ ਅੰਦਰ ਬੜੀ ਇੱਛਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਦੀ। ਮਰ ਰਹੋ ਕੇ ਮਾਰੂ ਜੰਗ ਮਾਹੇ। ਸੋਚਦਾ ਕਿ ਜਾਂ ਅੱਜ ਮੈਦਾਨੇ ਜੰਗ ਵਿੱਚ ਗੁਰੂ ਜੀ ਦੇ ਹੱਥੋਂ ਮਾਰਿਆ ਜਾਵਾਂਗਾ ਤੇ ਜਾਂ ਫਿਰ ਗੁਰੂ ਸਾਹਿਬ ਨੂੰ ਮਾਰ ਦਿਆਂਗਾ। ਨਿਜ ਬਲ ਦਿਖਾਏ ਤੈ ਦੇਖ ਲਿਓ। ਆਪਣਾ ਬਲ ਦਿਖਾਵਾਂਗਾ ਤੇ ਉਹਨਾਂ ਦਾ ਅੱਜ ਬਲ ਤੋਲ ਲਵਾਂਗਾ ਕਿ ਗੁਰੂ ਸਾਹਿਬ ਜੀ ਕਿਵੇਂ ਸ਼ਸਤਰ ਚਲਾਉਂਦੇ ਆ। ਦਿਖਾਵਾਂਗਾ ਕਿ ਮੇਰੇ ਸ਼ਸਤਰਾਂ ਦਾ ਕੀ ਜ਼ੋਰ ਹੈ, ਮੇਰੀਆਂ ਬਾਹਾਂ ਦੇ ਵਿੱਚ ਕਿੰਨਾ ਬਲ ਹੈ। ਦੇਖਾਂਗਾ ਉਹਨਾਂ ਦੇ ਬਲ ਨੂੰ ਤੇ ਦਿਖਾਵਾਂਗਾ ਆਪਣਾ ਬਲ। ਕਰ ਹੋ ਨਿਬੇਰ ਗੁਰ ਮਾਰ ਦਿਓ। ਤੇ ਗੁਰੂ ਸਾਹਿਬ ਜੀ ਨੂੰ ਮਾਰ ਕਰਕੇ ਸਾਰਾ ਹੀ ਨਿਬੇੜਾ ਕਰ ਦਿਆਂਗਾ। ਦੋਹਰਾ ਇਸ ਵਿਦ ਠਟ ਕਰ ਆਏਗੋ। ਇਸ ਤਰ੍ਹਾਂ ਠੱਟ ਕੇ ਭਾਵ ਸੋਚ ਕੇ ਵਿਚਾਰ ਕੇ ਆ ਗਿਆ ਅਬਦੁਲ ਖਾਨ। ਜੈਥਿਤ ਗੁਰ ਭਗਵਾਨ। ਜਿੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਖਟ ਭਗਾਂ ਸੰਪੰਨ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਨਿਰੰਕਾਰ ਸਰੂਪ ਹਜੂਰ ਘੋੜੇ ਤੇ ਅਸਵਾਰ ਹਨ। ਲਿਖਨ ਪਰਸ ਪਰ ਹੋਤ ਭਾ। ਇਹ ਆਪਸ ਦੇ ਅੰਦਰ ਪਰਸ ਪਰ ਆਪਸ ਦੇ ਅੰਦਰ ਇਧਰੋਂ ਅਬਦੁਲ ਖਾਨ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੇਖਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਅਬਦੁਲ ਖਾਨ ਵੱਲ ਤੱਕਿਆ। ਲਰਬੇ ਚੌਂਕ ਮਹਾਨ। ਯੁੱਧ ਦੀ ਬਹੁਤ ਜ਼ਿਆਦੀ ਚੌਂਪ ਜਿਹੜੀ ਹੈ ਨਾ ਇੱਛਾ ਹਜੂਰ ਨੂੰ ਜਾਗੀ ਹੈ ਯੁੱਧ ਕਰਨ ਵਾਸਤੇ। ਦੋਹਰਾ ਸਨਮੁਖ ਭਇਓ ਨਵਾਬ ਜਬ। ਜਦੋਂ ਸਾਹਮਣੇ ਹੋ ਗਿਆ ਸੱਚੇ ਪਾਤਸ਼ਾਹ ਜੀ ਦੇ ਇਹ ਅਬਦੁਲ ਖਾਨ ਨਵਾਬ, ਬਹੁਤ ਸੈਨਾ ਮਰਵਾਏ। ਬਹੁਤੀ ਸੈਨਾ ਮਰਵਾ ਕਰਕੇ ਦ੍ਰਿਸ਼ਟ ਪਰਸ ਪਰ ਪ੍ਰੇਰ ਤਬ। ਆਪਸ ਦੇ ਅੰਦਰ ਜਦੋਂ ਇੱਕ ਦੂਸਰੇ ਨੂੰ ਵੇਖਿਆ ਏ, ਵਿਖੇ ਰੂਪ ਦ੍ਰਿਗ ਲਾਏ। ਵੇਖਿਆ ਹੈ ਆਪਣੇ ਨੇਤਰ ਲਾ ਕੇ ਅਬਦੁਲ ਖਾਨ ਨੇ ਸਤਿਗੁਰੂ ਜੀ ਵੱਲ। ਜਾਓ ਪਈ ਹਰ ਧਨ ਕਟ ਇੱਕ ਬੀਸਮ ਸ਼ੇਰ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਸੁਹੇਲੇ ਘੋੜੇ ਤੇ ਮਹਾਰਾਜ ਸਵਾਰ ਨੇ ਗਰੀਬ ਨਵਾਜ। ਸਾਧ ਸੰਗਤ ਜੀ ਚਿੱਟਾ ਦੁੱਧ ਵਰਗਾ ਘੋੜਾ ਏ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਦੇ ਸ਼ੀਸ਼ ਤੇ ਕਲਗੀ ਸੋਭ ਰਹੀ ਹੈ। ਗੱਜ ਚੌੜੀ ਛਾਤੀ ਹੈ ਸੱਚੇ ਪਾਤਸ਼ਾਹ ਜੀ ਦੀ। ਭੁਜਾਵਾਂ ਹਜੂਰ ਦੀਆਂ ਗੋਡਿਆਂ ਤੋਂ ਲੰਬੀਆਂ ਨੇ। ਕੋਈ ਸਧਾਰਨ ਘੋੜਾ ਜਾਂ ਵਿਸ਼ੇਸ਼ ਘੋੜਾ ਸਤਿਗੁਰੂ ਜੀ ਦਾ ਭਾਰ ਨਹੀਂ ਸੀ ਸਹਾਰਦਾ। ਇਹ ਆਲਾ ਨਸਲ ਦੇ ਘੋੜੇ ਸੀ ਜਿਨ੍ਹਾਂ ਉੱਤੇ ਸਤਿਗੁਰੂ ਸਵਾਰੀ ਕਰਿਆ ਕਰਦੇ ਸੀ। ਸੁਹੇਲੇ ਘੋੜੇ ਦੀ ਸ਼ਹੀਦੀ ਦਾ ਥਾਂ ਵੀ ਇਹ ਹੈ। ਸੱਚੇ ਪਾਤਸ਼ਾਹ ਇਸ ਘੋੜੇ ਤੇ ਸਵਾਰ ਨੇ। ਇਹ ਘੋੜਾ ਐਡਾ ਆਲਾ ਏ ਕਿ ਮਹਾਰਾਜ ਦੇ ਧੌਣ ਦੇ ਕੇਸਾਂ ਨੂੰ ਜਰਾ ਕੁ ਸਪਰਸ਼ ਕਰਨ ਤੇ ਹਵਾ ਦੇ ਵੇਗ ਨੂੰ ਪਿੱਛੇ ਸਿੱਟ ਦੇਣ ਵਾਲਾ ਘੋੜਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ
ਜਦੋਂ ਵੇਖਿਆ ਅਬਦੁਲ ਖਾਨ ਨੇ ਹਜੂਰ ਦੇ ਕਮਰ ਕੱਸੇ ਵਿੱਚ ਸਾਧ ਸੰਗਤ ਜੀ ਜਿਹੜਾ ਪੱਥਾ ਹੈ ਨਾ ਉਹਦਾ ਕਮਰ ਕੱਸਾ ਸਜਿਆ ਹੋਇਆ ਤੇ ਤੀਰਾਂ ਨਾਲ ਭਰਿਆ ਹੋਇਆ ਪੱਥਾ ਹੈ ਮਹਾਰਾਜ ਜੀ ਦੇ ਮੋਢਿਆਂ ਤੇ ਪਹਿਨਿਆ ਹੋਇਆ। ਗਾਤਰੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚੌੜੇ ਤੇਗੇ ਦਾ ਮੁੱਠਾ ਦਿਖਾਈ ਦੇ ਰਿਹਾ ਹੈ। ਗੁਰੂ ਸਾਹਿਬ ਦੇ ਗਾਤਰੇ ਪਈ ਹੋਈ ਸ੍ਰੀ ਸਾਹਿਬ ਪਿਆ ਹੋਇਆ ਤੇਗਾ ਦਿਸ ਰਿਹਾ ਹੈ। ਕਿਵੇਂ ਦਾ ਸਤਿਗੁਰਾਂ ਦਾ ਸਰੂਪ ਲੱਗ ਰਿਹਾ ਹੈ ਕਵੀਰਾਜ ਦੱਸਦੇ ਨੇ। ਫਿਰ ਪੜੋ। ਕਰ ਧਨ ਕਟ ਇੱਕ ਦੀ ਸ਼ਮਸ਼ੇਰ। ਸੱਚੇ ਪਾਤਸ਼ਾਹ ਜੀ ਦੇ ਮੋਢੇ ਤੇ ਧਨਖ ਪਿਆ ਹੋਇਆ ਹੈ। ਗਰੀਬ ਨਵਾਜ ਦੇ ਕਮਰ ਕੱਸੇ ਪੱਥਾ ਸਜਿਆ ਹੋਇਆ ਹੈ ਤੇ ਗਾਤਰੇ ਸਤਿਗੁਰਾਂ ਦੇ ਤੇਗਾ ਪਿਆ ਹੋਇਆ ਏ। ਸਿਪਰ ਸਹਿਤ ਸ੍ਰੀ ਗੁਰ ਸ਼ਮਸ਼ੇਰ। ਤੇ ਮੋਢਿਆਂ ਤੇ ਪਿਆ ਹੋਇਆ ਢਾਲਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਬਦੁਲ ਖਾਨ ਨੂੰ ਇਉਂ ਲੱਗ ਰਿਹਾ ਜਿਵੇਂ ਕਿਹੜੀ ਸ਼ੇਰ ਮੇਰੇ ਸਾਹਮਣੇ ਖਲੋਤਾ ਏ। ਬੜੇ ਪ੍ਰਤਾਪਵੰਤ ਪਿਕ ਕਰਕੇ। ਬਹੁਤ ਵੱਡਾ ਪ੍ਰਤਾਪ ਸਤਿਗੁਰਾਂ ਜੀ ਦਾ ਵੇਖ ਕਰਕੇ ਮਹਾਰਾਜ ਦੇ ਮਸਤਕ ਤੋਂ ਨੂਰ ਦਗ ਰਿਹਾ ਏ। ਉਹ ਨੂਰ ਜੇ ਕੋਈ ਸਾਧ ਸੰਗਤ ਜੀ ਜਿਹੜਾ ਕੋਈ ਵਿਚਾਰਾ ਨਿਮਾਣਾ ਏ ਸਤਿਗੁਰਾਂ ਦੇ ਮੁਖ ਵੱਲ ਤੱਕੇ ਤੇ ਉਹਨੂੰ ਇਉਂ ਲੱਗਦਾ ਕਿ ਮਹਾਰਾਜ ਮੈਨੂੰ ਆਸਰਾ ਮਿਲ ਗਿਆ। ਸਤਿਗੁਰਾਂ ਦੀ ਸ਼ਰਨ ਵਿੱਚ ਚਲਿਆ ਜਾਂਦਾ ਉਸ ਨੂਰ ਨੂੰ ਵੇਖ ਕਰਕੇ। ਉਹੋ ਹੀ ਪ੍ਰਤਾਪ ਜਦੋਂ ਕੋਈ ਦੁਸ਼ਮਣ ਤੱਕਦਾ ਤੇ ਮਹਾਰਾਜ ਦੇ ਮਸਤਕ ਦਾ ਪ੍ਰਤਾਪ ਵੇਖ ਕੇ ਉਹਦਾ ਅੰਦਰ ਕੰਬ ਜਾਂਦਾ। ਡਰ ਗਿਆ ਅਬਦੁਲ ਖਾਨ ਸਤਿਗੁਰੂ ਜੀ ਦੇ ਮੁਖ ਮੰਡਲ ਵੱਲ ਵੇਖ ਕਰਕੇ। ਆਤਨ ਹੇਤ ਗਨ ਜਤਨ ਸਿਮਰ ਕੈ। ਮਨ ਦੇ ਅੰਦਰ ਬੜੇ ਯਤਨ ਸਿਮਰਨ ਲੱਗਾ, ਚੇਤਾ ਕਰਨ ਲੱਗਾ ਵਿਸ਼ੇਸ਼ ਕਰਕੇ ਕਿ ਹੁਣ ਕਿਸ ਤਰ੍ਹਾਂ ਮਾਰਾਂਗਾ ਇਹਨਾਂ ਨੂੰ। ਤੁਸੀਂ ਵੇਖੋ ਜਦੋਂ ਸ਼ੇਰ ਦਾ ਕਿਤੇ ਸਾਹਮਣਾ ਹੋਵੇ ਤੇ ਉਦੋਂ ਕੀ ਹਾਲਤ ਹੁੰਦੀ ਹੈ। ਇਹੀ ਹਾਲਤ ਅਬਦੁਲ ਖਾਨ ਦੀ ਹੋਈ ਪਈ ਹੈ। ਮਨ ਵਿੱਚ ਸੋਚਦਾ ਯਤਨ ਕਿ ਕਿਵੇਂ ਮਾਰਾਂਗਾ, ਏਡੇ ਭਲੀ ਬਹਾਦਰ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਮਸਤਕ ਤੇ ਨੂਰ ਕਿਵੇਂ ਦਗ ਰਿਹਾ ਹੈ। ਅੰਦਰੋਂ ਭੈ ਭੀਤ ਹੋ ਗਿਆ ਤੇ ਸੋਚੀ ਜਾਂਦਾ, ਬੁਣਤਾ ਬੁਣੀ ਜਾਂਦਾ ਕਿ ਕਿਵੇਂ ਮਾਰਾਂਗਾ। ਤੁਰੰਗ ਲਚਾਵਤ ਜੁਤ ਗਜ ਗਾਹਨ। ਆਪਣੇ ਘੋੜੇ ਨੂੰ ਇਹਨੇ ਵੀ ਕੁਦਾਇਆ। ਇਧਰੋਂ ਸੱਚੇ ਪਾਤਸ਼ਾਹ ਜੀ ਦਾ ਘੋੜਾ ਵੀ ਥੋੜਾ ਥੋੜਾ ਕੁਦ ਰਿਹਾ ਹੈ। ਜੁਤ ਗਜਗਾਹਨ। ਗਜਗਾਹਨ ਇੱਕ ਗਹਿਣਾ ਹੁੰਦਾ, ਹਾਥੀ ਦੇ ਪਾਉਣ ਵਾਲੇ ਉਸ ਗਲ ਵਿੱਚ ਗਹਿਣੇ ਨੂੰ ਵੀ ਗਜਗਾਹਨ ਕਹਿੰਦੇ ਆ। ਗਜ ਅਰਥ ਹਾਥੀ ਦਾ ਹੁੰਦਾ, ਪਰ ਘੋੜੇ ਦੇ ਗਲ ਵਿੱਚ ਵੀ ਸਾਧ ਸੰਗਤ ਜੀ ਉਹ ਵੱਡਾ ਹਾਰ ਜਿਹੜਾ ਨਾ ਪਾਇਆ ਜਾਂਦਾ ਹੈ। ਹਜੂਰ ਜਿਸ ਘੋੜੇ ਤੇ ਸਵਾਰ ਨੇ ਉਸ ਦੇ ਗਲ ਵਿੱਚ ਵੀ ਵੱਡਾ ਹਾਰ ਪਿਆ ਹੋਇਆ ਹੈ। ਇਹ ਹਾਰ ਕੱਪੜੇ ਦਾ ਨਹੀਂ ਹੁੰਦਾ, ਸੋਨੇ ਦਾ ਹੁੰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਦਾ ਘੋੜਾ ਵੀ ਥੋੜਾ ਥੋੜਾ ਉਛਲ ਰਿਹਾ ਹੈ ਤੇ ਉਹ ਜਿਹੜਾ ਪਾਇਆ ਹੋਇਆ ਅੱਗੇ ਗਹਿਣਾ ਵੇਖੋ ਕਵੀਰਾਜ ਅਲੰਕਾਰ ਬੰਨਦੇ ਆ, ਉਹ ਛਣਕ ਰਿਹਾ ਜਦੋਂ ਮਹਾਰਾਜ ਦਾ ਘੋੜਾ ਥੋੜਾ ਥੋੜਾ ਪੌੜਾਂ ਦੇ ਉੱਤੇ ਮੋਰ ਦੀ ਨਾਚ ਕਰਦਾ ਹੈ, ਹਿਰਨ ਵਾਂਗੂ ਕੁੱਦਦਾ ਹੈ ਤੇ ਮੋਰ ਵਾਂਗੂ ਜਦੋਂ ਪੈਲ ਪਾਉਂਦਾ ਏ। ਸਿੱਖਨ ਕੋ ਚਾਹਤ ਅਵਗਾਹਨ। ਇਹ ਸਿੱਖਾਂ ਨੂੰ ਜਿਹੜਾ ਹੈ ਨਾ ਗਾਹ ਕਰਕੇ ਭਾਵ ਲੰਘ ਕੇ ਅਬਦੁਲ ਖਾਨ ਗੁਰੂ ਸਾਹਿਬ ਤੱਕ ਪਹੁੰਚਣ ਦੀ ਇੱਛਾ ਕਰ ਰਿਹਾ ਏ। ਚਾਪ ਹਾਥ ਮੈਂ ਤੀਰ ਨਿਕਾਰਤ। ਹੱਥ ਦੇ ਅੰਦਰ ਇਹਦੇ ਕੋਲ ਧਨਖ ਹੈ ਤੇ ਤੀਰ ਇਸਨੇ ਪੱਥੇ ਵਿੱਚੋਂ ਕੱਢ ਲਿਆ। ਐਚ ਕਾਨ ਲਗ ਬਲ ਕਰ ਮਾਰਤ। ਤੇ ਖਿੱਚ ਖਿੱਚ ਕੇ ਕੰਨ ਤੱਕ ਤੇ ਸਮੇਂ ਤੀਰ ਅਬਦੁਲ ਖਾਨ ਨੇ ਛੱਡੇ। ਕੰਚਨ ਕੇਰ ਵਿਭੂਖਨ ਅੰਗ। ਤੇ ਜਿਹੜੇ ਕੰਚਨ ਕੇਰ ਭੂਖਨ ਅੰਗ, ਜਿਹੜੇ ਗਹਿਣੇ ਆ ਜਿਹੜੇ ਕੰਚਨ ਸੋਨੇ ਦੇ ਅੰਗਾਂ ਤੇ ਪਾਏ ਹੋਏ। ਜਬਰ ਜਵਾਹਰ ਜਰਤੀ ਸੰਗ। ਬੜੀ ਉਹਨਾਂ ਦੀ ਜ਼ਾਹਰ ਹੀ ਜਗਮਗਾਹਟ ਹੋ ਰਹੀ ਹੈ, ਪ੍ਰਕਾਸ਼ ਪੈਂਦਾ ਏ। ਬਲੀ ਚਪਲ ਬੜ ਮੋਰਤ ਰੰਗ। ਸੱਚੇ ਪਾਤਸ਼ਾਹ ਜਿਸ ਘੋੜੇ ਤੇ ਸਵਾਰ ਨੇ ਫਿਰ ਉਸ ਘੋੜੇ ਦਾ ਜ਼ਿਕਰ ਕਰਦੇ ਆ ਕਿ ਬੜਾ ਬਲੀ ਤੇ ਚਪਲ ਚੰਚਲ ਘੋੜਾ ਏ। ਠਹਿਰਤ ਨਹਿ ਥਰਕਤ ਵਿੱਚ ਜੰਗ। ਠਹਿਰਦਾ ਨਹੀਂ ਮੈਦਾਨੇ ਜੰਗ ਦੇ ਅੰਦਰ, ਜਿਵੇਂ ਥਾਲ ਵਿੱਚ ਪਿਆ ਹੋਇਆ ਪਾਰਾ ਸਾਧ ਸੰਗਤ ਜੀ ਥੜਕਦਾ ਹੈ, ਇਵੇਂ ਸੱਚੇ ਪਾਤਸ਼ਾਹ ਜੀ ਦਾ ਘੋੜਾ ਜਿਹੜਾ ਪਾਰੇ ਦੇ ਵਾਂਗ ਥੜਕ ਰਿਹਾ ਮੈਦਾਨੇ ਜੰਗ ਦੇ ਅੰਦਰ। ਇਹ ਘੋੜਿਆਂ ਨੂੰ ਜਾਚ ਸਿਖਾਈ ਹੁੰਦੀ ਹੈ, ਕਿਉਂਕਿ ਮੈਦਾਨੇ ਜੰਗ ਵਿੱਚ ਕਿੱਧਰੋਂ ਤੀਰ ਕਿੱਧਰੋਂ ਗੋਲੀ ਆਵੇ, ਇੱਕ ਥਾਂ ਤੇ ਨਿਸ਼ਾਨਾ ਬਣ ਕੇ ਨਹੀਂ ਖਲੋਈਦਾ, ਕਿਉਂਕਿ ਫਿਰ ਦੂਰੋਂ ਨਿਸ਼ਾਨਾ ਮਾਰ ਕੇ ਸੂਰਮੇ ਜਿਹੜੇ ਆ ਉਹ ਫੁੰਡ ਦਿੰਦੇ ਆ। ਇਹ ਘੋੜੇ ਇਸ ਤਰ੍ਹਾਂ ਦੇ ਸਿੱਖਿਅਤ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਹੜੇ ਘੋੜੇ ਤੇ ਸਵਾਰ ਆ, ਘੋੜਾ ਥਿੜਕ ਰਿਹਾ, ਕਦੇ ਇੱਧਰ ਜਾਂਦਾ ਕਦੇ ਉੱਧਰ ਹੁੰਦਾ, ਮਹਾਰਾਜ ਪੁਚਕਾਰ ਕੇ ਫਿਰ ਇਸ ਨੂੰ ਸ਼ਾਂਤ ਕਰਦੇ ਆ। ਇਧਰੋਂ ਅਬਦੁਲ ਖਾਨ ਨੇ ਵੇਖਿਆ ਕੁਝ ਸਿੱਖ ਜਿਹੜੇ ਅੱਗੇ ਇਹਨਾਂ ਨੂੰ ਲੰਘ ਕੇ ਮਹਾਰਾਜ ਤੱਕ ਪਹੁੰਚਾ,
ਕੁਝ ਕੁ ਤੀਰ ਛੱਡੇ ਅਬਦੁਲ ਖਾਨ ਨੇ। ਤਿਮ ਦੋਨੋਂ ਖੱਤਰੀ ਚਲ ਆਏ, ਤਿਵੇਂ ਦੋਵੇਂ ਖੱਤਰੀ ਕਰਮਚੰਦ ਤੇ ਰਤਨਚੰਦ ਵੀ ਚੱਲ ਕੇ ਆ ਗਏ। ਗੁਰ ਕੋ ਹੇਰ ਹਿਰਦੇ ਤਪਤਾਏ, ਸਤਿਗੁਰੂ ਜੀ ਨੂੰ ਵੇਖ ਕਰਕੇ ਬੜਾ ਇਹਨਾਂ ਨੂੰ ਗੁੱਸਾ ਚੜਿਆ, ਦੋਹਾਂ ਨੂੰ ਬੜਾ ਕ੍ਰੋਧ ਕੀਤਾ ਇਹਨਾਂ ਨੇ। ਜਿਨੋਂ ਬਿਲੋਕਤ ਸਤਿਗੁਰ ਬੋਲੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੀ ਦੋਹਾਂ ਵੱਲ ਵੇਖਿਆ ਤੇ ਇਹਨਾਂ ਵੱਲ ਵੇਖ ਕੇ ਹਜੂਰ ਕਹਿਣ ਲੱਗੇ, ਅਬੈ ਕਾਲ ਪਲਟਾ ਪਿਤ ਕੋਲੇ। ਮਹਾਰਾਜ ਕਹਿੰਦੇ ਉਹ ਰਤਨਚੰਦ, ਉਹ ਕਰਮਚੰਦ, ਹੁਣੇ ਹੀ ਆਪਣੇ ਪਿਓਾਂ ਦੀ ਮੌਤ ਦਾ ਬਦਲਾ ਲੈਣ ਦਾ ਸਮਾਂ, ਹੁਣ ਖੰਝਾਇਓ ਨਾ ਸਮਾਂ, ਆਪਣੇ ਪਿਓ ਦੀ ਮੌਤ ਦਾ ਬਦਲਾ ਲੈ ਲਵੋ। ਹਿਮ ਕਾਇਰ ਬਨ ਸਮੁਖ ਨਾ ਆਵਹੋ, ਮਹਾਰਾਜ ਕਹਿੰਦੇ ਉਹ ਕਾਇਰੋ ਡਰਪੋਕ ਬਣੇ ਪਿੱਛੇ ਸੈਨਾ ਖਲੋਤੇ ਮਰਵਾ ਰਹੇ ਸੀ, ਸਾਹਮਣੇ ਕਿਉਂ ਨਹੀਂ ਆਉਂਦੇ? ਕਿਉਂਕਿ ਸਾਹਮਣੇ ਨਹੀਂ ਸੀ ਆਉਂਦੇ ਮਹਾਰਾਜ ਦੇ, ਅੱਗੇ ਹੋ ਕੇ ਲੜਦੇ ਨਹੀਂ ਸੀ। ਮਹਾਰਾਜ ਕਹਿੰਦੇ ਕਾਇਰਾਂ ਦੀ ਤਰ੍ਹਾਂ ਪਿੱਛੇ ਹੋ ਕਰਕੇ ਡਰਪੋਕੋ ਤੁਸੀਂ ਲੁਕੇ ਰਹਿੰਦੇ ਹੋ। ਰਚ ਉਪਾਦ ਬੜ ਤੁਰਕ ਹਨਾਵਹੋ, ਤੇ ਐਵੇਂ ਵੱਡਾ ਉਪਾਦ ਝਗੜਾ ਰਚ ਕਰਕੇ ਇਹ ਤੁਰਕਾਂ ਦੀ ਸੈਨਾ ਤੁਸਾਂ ਹੀ ਮਰਵਾਈ ਹੈ ਦੋਵਾਂ ਨੇ। ਬੈਠ ਕਚਹਿਰੀ ਬਾਤ ਬਨੈ ਹੈ, ਤੇ ਕਚਹਿਰੀਆਂ ਵਿੱਚ ਬਹਿ ਕਰਕੇ ਗੱਲਾਂ ਬੜੀਆਂ ਬਣਾਉਣੇ ਹੋ, ਕਿਉਂਕਿ ਉਹ ਜਲੰਧਰ ਦੇ ਸੂਬੇਦਾਰ ਨੂੰ ਕਹਿੰਦੇ ਸੀ ਕਿ ਸਿੱਖ ਤੁਸਾਂ ਫੜ ਲੈਣੇ ਆ ਤੇ ਗੁਰੂ ਸਾਹਿਬ ਨੂੰ ਤਾਂ ਅਸੀਂ ਝੱਟ ਹੀ ਜਾ ਕੇ ਮਾਰ ਦੇਣਾ। ਮਹਾਰਾਜ ਅੰਤਰਜਾਮੀ ਸਤਿਗੁਰੂ ਜੀ ਕਹਿੰਦੇ ਉੱਥੇ ਕਚਹਿਰੀ 'ਚ ਬੈਠੇ ਦੋਵੇਂ ਤੁਸੀਂ ਬੜੀਆਂ ਗੱਲਾਂ ਬਣਾਉਂਦੇ ਸੀਗੇ ਪਿਤ ਪਲਟਾ ਗੁਰ ਤੇ ਹਮਲੇ ਹੈ, ਕਿ ਆਪਣੇ ਪਿਓ ਦੀ ਮੌਤ ਦਾ ਬਦਲਾ ਅਸੀਂ ਗੁਰੂ ਸਾਹਿਬ ਨੂੰ ਮਾਰ ਕੇ ਲਵਾਂਗੇ। ਤੁਮ ਕਹਿਬੇ ਕੋ ਮਹਿਦ ਤਿਕਾਰੂ, ਮਹਾਰਾਜ ਕਹਿੰਦੇ ਤੁਹਾਡੀ ਉਸ ਪ੍ਰਤੱਗਿਆ ਦੇ ਕਹਿਣ ਨੂੰ ਵੱਡਾ ਧਿਕਾਰ ਹੈ। ਇਹ ਸਤਿਗੁਰੂ ਜੀ ਨੇ ਕਿਹਾ, ਜੇ ਸਾਧ ਸੰਗਤ ਜੀ 100 ਵਾਰੀ ਫਿੜੇ ਮੂੰਹ ਕਹੀਏ ਤੇ ਇੱਕ ਲਾਂਤ ਹੁੰਦੀ ਹੈ, 100 ਵਾਰੀ ਲਾਂਤ ਪਾਈਏ ਤੇ ਇੱਕ ਧਿਕਾਰ ਹੁੰਦੀ। ਮਹਾਰਾਜ ਕਹਿੰਦੇ ਧਿਕਾਰ ਹੈ ਤੁਹਾਨੂੰ ਦੋਹਾਂ ਨੂੰ, ਜੇ ਆਪਣੇ ਪਿਓ ਦੀ ਮੌਤ ਦਾ ਹੁਣ ਬਦਲਾ ਨਹੀਂ ਲੈਂਦੇ। ਨੈ ਢਿਗ ਹੋਵਤ ਜੰਗ ਮਝਾਰੂ, ਮੈਦਾਨੇ ਜੰਗ ਦੇ ਅੰਦਰ ਮਹਾਰਾਜ ਕਹਿੰਦੇ ਨੇੜਾ ਹੀ ਨਹੀਂ ਤੁਸੀਂ ਕਰਦੇ ਹੋ। ਸੁਣ ਕਰ ਜਰੇ ਨਹਿ ਬੈਨ, ਸੁਣ ਕੇ ਮਹਾਰਾਜ ਦੇ ਬਚਨ ਸੜ ਗਏ, ਬਰਦਾਸ਼ਤ ਨਹੀਂ ਹੋਈਆਂ ਮਹਾਰਾਜ ਦੀਆਂ ਕਹੀਆਂ ਹੋਈਆਂ ਸੱਚੀਆਂ ਗੱਲਾਂ। ਰਿਸ਼ਤੇ ਕਰੇ ਲਾਲ ਜੁਗ ਨੈਣ, ਕ੍ਰੋਧ ਦੇ ਨਾਲ ਦੋਹਾਂ ਨੇ ਆਪਣੇ ਨੇਤਰ ਲਾਲ ਕਰ ਲਏ। ਦੋਨੋਂ ਖੱਤਰੀ ਸਹਿਤ ਨਵਾਬ, ਦੋਵੇਂ ਖੱਤਰੀ ਤੇ ਸੈਦ ਅਬਦੁਲ ਖਾਨ ਨਵਾਬ ਦੇ ਚੰਚਲ ਕਰੇ ਤੁਰੰਗ ਸਤਾਬ, ਕਾਲੀ ਨਾਲ ਇਹਨਾਂ ਨੇ ਆਪਣੇ ਘੋੜੇ ਬੜੇ ਚੰਚਲ ਕਰ ਲਏ। ਟੁਕੇ ਨਿਕਟ ਗੁਰ ਚਾਹ ਸਮਾਰਾ, ਤਿੰਨੇ ਹੀ ਨੇੜੇ ਆ ਗਏ, ਇੱਕੋ ਆਏ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਉੱਤੇ ਚੜ ਕੇ ਆ ਗਏ, ਚਾਹੁੰਦੇ ਆ ਹੁਣ ਮਹਾਰਾਜ ਨੂੰ ਤਿੰਨੇ ਇਕੱਠੇ ਹੀ ਅਸੀਂ ਇੱਕੇ ਵਾਰ ਹੀ ਜਿਹੜਾ ਜੰਗ ਪਾ ਕੇ ਤੇ ਗੁਰੂ ਸਾਹਿਬ ਨੂੰ ਮਾਰ ਦਈਏ। ਸ਼ਾਂਪਨ ਮੈਂ ਕਰਬਾਨ ਸੰਚਾਰਾ, ਤੇ ਤਨਖਾਂ ਦੇ ਵਿੱਚ ਤਿੰਨਾਂ ਨੇ ਤੀਰ ਸਿੰਝ ਲਏ ਹਨ। ਐਚ ਐਚ ਤਿੰਨੋਂ ਬਲ ਪੀਨ, ਖਿੱਚ ਕੇ ਤਿੰਨਾਂ ਨੇ ਬੜੇ ਬਲ ਪੂਰਵਕ ਸਤਿਗੁਰ ਸਨਮੁਖ ਸ਼ੋਰਨ ਕੀਨ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਤੀਰ ਜਿਹੜੇ ਸੀ ਨਾ ਖਿੱਚ ਕੇ ਧਨਸ਼ਾ ਤੋਂ ਛੱਡਣਾ ਕੀਤੇ। ਸ੍ਰੀ ਹਰਗੋਬਿੰਦ ਹੈ ਚਪਲਾਵੈ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਘੋੜੇ ਨੂੰ ਚਪਲਾਉਂਦੇ, ਭਾਵ ਕਦਾ ਦਿੰਦੇ ਆਉਂਦੇ ਤੀਰ ਨੂੰ ਵੇਖ ਕੇ। ਇਤ ਉਤ ਏਰਤ ਅੰਗ ਬਚਾਵੈ, ਇਧਰ ਉਧਰ ਨੂੰ ਹੋ ਕੇ ਸੱਚੇ ਪਾਤਸ਼ਾਹ ਜੀ ਆਪਣੇ ਅੰਗਾਂ ਨੂੰ ਬਚਾ ਲੈਂਦੇ ਆ ਛੁੱਟਿਆ ਹੋਇਆ ਤੀਰ ਵੇਖ ਕੇ। ਆਪਣੋ ਧਨੁਖ ਕਠੋਰ ਸੰਭਾਰਾ, ਹਜੂਰ ਨੇ ਤਿਸ ਸਮੇਂ ਆਪਣਾ ਕਠੋਰ ਧਨੁਖ ਜਿਹੜਾ ਸੀ ਨਾ ਸਖਤ ਧਨੁਖ ਮਹਾਰਾਜ ਨੇ ਮੋਢਿਓਂ ਲਾ ਲਿਆ। ਤਿਸ ਸਮੇਂ ਹਰ ਖਪਰਾ ਧਰ ਗੁਣ ਸੰਚਾਰਾ, ਸੱਚੇ ਪਾਤਸ਼ਾਹ ਨੇ ਖੱਪਰਾ ਤੀਰ ਕੱਢ ਕੇ ਤੇ ਉਹਦੀ ਬਾਗੜ ਦੇ ਉੱਤੇ ਮਹਾਰਾਜ ਨੇ ਤੇ ਸਮੇਂ ਸਿੰਝ ਲਿਆ, ਭਾਵ ਧਰ ਲਿਆ। ਤਾਨ ਕਾਨ ਲਗ ਮਾਰ ਸਬਾਨਾ, ਸਤਿਗੁਰੂ ਜੀ ਨੇ ਕੰਨ ਤੱਕ ਖਿੱਚ ਕੇ ਮਹਾਰਾਜ ਨੇ ਖੱਪਰਾ ਤੀਰ ਛੱਡਣਾ ਕੀਤਾ। ਗਇਓ ਬੇਗ ਜੁਤ ਸਰਪ ਸਮਾਨਾ, ਬੜੇ ਵੇਗ ਨਾਲ ਛੂੰਕਦਾ ਹੋਇਆ ਸੱਪ ਵਾਂਗ, ਜਿਵੇਂ ਫਨੀਅਰ ਨਾਗ ਫਨ ਖਲਾਰ ਕੇ ਉੱਡਦਾ ਹੈ ਨਾ, ਇਵੇਂ ਮਹਾਰਾਜ ਦਾ ਖਪਰਾ ਤੀਰ ਛੂੰਕਦਾ ਹੋਇਆ ਛੁੱਟਿਆ ਏ। ਰਤਨ ਚੰਦ ਕੋ ਤੱਕ ਚਲਾਵਾ, ਹਜੂਰ ਨੇ ਰਤਨ ਚੰਦ ਘੇਰੜ ਦੇ ਪੁੱਤਰ ਵੱਲ ਵੇਖ ਕੇ ਤੱਕ ਕੇ ਚਲਾਇਆ ਇਹ ਤੀਰ। ਸੋ ਹਲ ਗਇਓ ਤਰੰਗ ਕੋ ਘਾਵਾ, ਇਹਦਾ ਘੋੜਾ ਉਛਲ ਪਿਆ ਜਦੋਂ ਮਹਾਰਾਜ ਦੇ ਹੱਥੋਂ ਤੀਰ ਛੁੱਟਿਆ। ਇਹ ਰਤਨ ਚੰਦ ਤੇ ਬਚ ਗਿਆ, ਉਛਲਦੇ ਹੋਏ ਘੋੜੇ ਦੀ ਧੌਣ ਵਿੱਚ ਆ ਕਰਕੇ ਜਿਹੜਾ ਸੀ ਨਾ ਤੀਰ ਵੱਜਾ। ਉਸ਼ਰਤ ਕੀ ਛਾਤੀ ਬਿਦ ਗਈਓ, ਉਛਲਦੇ ਹੋਏ ਘੋੜੇ ਦੀ ਛਾਤੀ ਨੂੰ ਪਾੜ ਗਿਆ ਮਹਾਰਾਜ ਦਾ ਤੀਰ। ਆਸ਼ਲ ਦਿਸ਼ਾ ਪਾਰ ਸਰ ਭਇਓ, ਤੇ ਸਾਧ ਸੰਗਤ ਜੀ ਜਿੱਥੇ ਪੂਛਲ ਵੈ ਨਾ, ਛਾਤੀ ਨੂੰ ਪਾੜਦਾ ਹੋਇਆ ਤੀਰ ਘੋੜੇ ਦੀ ਪੂਛ ਦੇ ਰਾਹੀਂ ਜਿਹੜਾ ਸੀ ਪਿੱਛੇ ਨੂੰ ਪਾਰ ਲੰਘ ਗਿਆ। ਗਿਰਿਓ ਉਥਲ ਅਸਹੇਰਤ ਖਰੇ, ਤੇ ਇਸ ਤਰ੍ਹਾਂ
ਉਲਟ ਕੇ ਰਤਨ ਚੰਦ ਜਿਹੜਾ ਸੀ ਉਹ ਧਰਤੀ ਤੇ ਡਿੱਗ ਗਿਆ। ਵਲ ਖਾ ਕੇ ਘੋੜਾ ਧਰਤੀ ਤੇ ਡਿੱਗ ਪਿਆ। ਵੇਖ ਵੇਖ ਕਰਕੇ ਸਾਰੇ ਹੈਰਾਨ ਹੋ ਗਏ। ਖਾਨ ਬਾਨ ਕੀ ਸਿਫਤੀ ਕਰੇ। ਅਬਦੁਲ ਖਾਨ ਜਿਹੜਾ ਨਾ ਉਹ ਕਹਿੰਦਾ ਏਡਾ ਤੀਰ ਕੌਣ ਚਲਾ ਸਕਦਾ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਛੁੱਟੇ ਹੋਏ ਤੀਰ ਦੀ ਬੜੀ ਸਿਫਤ ਕਰਦਾ ਹੈ ਕਿ ਇਹੋ ਜਿਹਾ ਤੀਰ ਅੱਜ ਕੱਲ ਦੇ ਸਮੇਂ ਵਿੱਚ ਕੋਈ ਨਹੀਂ ਚਲਾ ਸਕਦਾ। ਮੋ ਸਰ ਕੀ ਏਤੀ ਨਾ ਮਾਰ। ਕਹਿੰਦਾ ਹੈ ਮੇਰੇ ਹੱਥੋਂ ਛੁੱਟੇ ਹੋਏ ਤੀਰ ਦੀ ਇੰਨੀ ਮਾਰ ਨਹੀਂ ਹੋ ਸਕਦੀ। ਕਿੰਨੇ ਬਲ ਨਾਲ ਮਹਾਰਾਜ ਤੀਰ ਛੱਡਿਆ। ਫਿਰ ਵੇਖੋ ਸਾਧ ਸੰਗਤ ਜੀ, ਹਜੂਰ ਦੀਆਂ ਜਿੰਨੀਆਂ ਭੁਜਾਵਾਂ ਲੰਮੀਆਂ ਸਤਿਗੁਰੂ ਜੀ ਦਾ ਧਨਖ ਕੋਈ ਮਨੁੱਖ ਖਿੱਚ ਨਹੀਂ ਸੀ ਸਕਦਾ, ਕਿਉਂਕਿ ਬਾਜੂਆਂ ਦਾ ਜਿੰਨਾ ਫਲਾਇ ਤੇ ਤਾਂ ਹੀ ਖਿੱਚਿਆ ਜਾਣਾ ਨਾ ਧਨਖ। ਤੇ ਓਡਾ ਵੱਡਾ ਤੀਰ ਮਹਾਰਾਜ ਵਿੱਚ ਪੂਰਦੇ ਸੀ, ਜਿੱਡੀਆਂ ਵੱਡੀਆਂ ਹਜੂਰ ਦੀਆਂ ਭੁਜਾਵਾਂ ਨੇ। ਤੇ ਇਸੇ ਕਰਕੇ ਤੀਰ ਜਿਹੜੇ ਸੀ ਨਾ ਚੁੱਕ ਚੁੱਕ ਕੇ ਯੁੱਧ ਵਿੱਚ ਲੈ ਜਾਂਦੇ ਸੀ ਸਿਪਾਹੀ, ਆਪਣੇ ਸੈਨਾਪਤੀਆਂ ਨੂੰ ਦਿਖਾਉਂਦੇ ਸੀ। ਪਹਿਲੀ ਜੰਗ ਅੰਦਰ ਜਿਹੜਾ ਮੁਗਲਸ ਖਾਨ ਮਾਰਿਆ ਸੀ, ਉਹਨੂੰ ਤੀਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਵਿਖਾਏ ਨਾ ਉਹਦੇ ਸਿਪਾਹੀਆਂ ਨੇ ਕਿ ਆਹ ਤੀਰ ਗੁਰੂ ਹਰਗੋਬਿੰਦ ਸਾਹਿਬ ਦੇ ਧਨੁਸ਼ ਤੋਂ ਛੁੱਟ ਰਹੇ ਆ, ਤੇ ਉਹ ਮੁਗਲਸ ਖਾਨ ਕਹਿੰਦਾ ਯਾ ਖੁਦਾਇਆ ਇਹ ਤੀਰ ਹੈ ਕਿ ਬਰਛੇ ਆ, ਐਡੇ ਲੰਮੇ ਤੀਰ। ਉਹਨੇ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਦਰਸ਼ਨ ਨਹੀਂ ਸੀ ਕੀਤਾ। ਕਹਿੰਦਾ ਹੈ ਕਿੱਡਾ ਵੱਡਾ ਕੱਦ ਹੋਊਗਾ, ਕਿੱਡੀਆਂ ਵੱਡੀਆਂ ਭੁਜਾਵਾਂ ਹੋਣਗੀਆਂ ਜਿਨ੍ਹਾਂ ਵਿੱਚ ਇਹ ਤੀਰ ਪੂਰ ਕੇ ਚਲਾਇਆ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇਹ ਤੀਰ ਛੱਡਿਆ, ਵੇਖ ਕੇ ਅਬਦੁਲ ਖਾਨ ਨੇ ਕਿਹਾ ਕਿ ਨਹੀਂ, ਮੇਰੇ ਤੀਰ ਦੀ ਐਸੀ ਮਾਰ ਨਹੀਂ ਹੋ ਸਕਦੀ। ਪਰਿਓ ਪਾਰ ਹੈ ਕੋ ਧਰ ਡਾਰ। ਤੇ ਪਾਰ ਹੀ ਹੋ ਗਿਆ, ਘੋੜੇ ਵਿੱਚ ਅਟਕਿਆ ਹੀ ਨਹੀਂ। ਘੋੜਾ ਜਿਹੜਾ ਸੀ ਧਰਤੀ ਤੇ ਸਿੱਟ ਦਿੱਤਾ ਮਹਾਰਾਜ ਦੇ ਤੀਰ ਨੇ। ਰਤਨ ਚੰਦ ਗਿਰ ਪਰਿਓ ਸੰਭਾਰਾ। ਰਤਨ ਚੰਦ ਡਿੱਗ ਪਿਆ ਪਰ ਉਹਨੇ ਆਪਣਾ ਆਪ ਸੰਭਾਲ ਲਿਆ। ਕਰਮ ਚੰਦ ਤਬ ਭਇਓ ਅਗਾਰਾ। ਇਹ ਕਰਮ ਚੰਦ ਤੇ ਸਮੇਂ ਬੜਾ ਕਾਲਾ ਹੋਇਆ, ਸੂਰਮਤਾਈ ਵਿਖਾਉਣ ਲਈ ਅੱਗੇ ਵਾਧਾ ਆਇਆ ਗੁਰੂ ਸਾਹਿਬ ਵੱਲ। ਖਤਿਓ ਤੀਰ ਗੁਰ ਕੇ ਹੈ ਲਾਗਾ। ਇਹਨੇ ਕਰਮ ਚੰਦ ਨੇ ਤੀਰ ਮਾਰਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜੇ ਦੇ ਆ ਕਰਕੇ ਤੀਰ ਵੱਜ ਗਿਆ। ਭਾਵ ਗਰੀਬ ਮੈਂ ਗਿਰਿਓ ਨਾ ਆਗਾ। ਇਹ ਜਿਹੜਾ ਘਾਵ ਜਿਹੜਾ ਸੀ ਨਾ, ਭਾਵ ਇਹਦੇ ਛੁੱਟੇ ਹੋਏ ਤੀਰ ਦਾ ਜ਼ਖਮ ਜਿਹੜਾ ਸੀ ਘੋੜੇ ਦੇ ਲੱਗਿਆ, ਪਰ ਜ਼ਖਮ ਇੰਨਾ ਕੁ ਹੋਇਆ ਕਿ ਘੋੜਾ ਅਗਲਿਆਂ ਪੈਰਾਂ ਤੇ ਜਿਹੜਾ ਸੀ ਨਾ ਉਹ ਟੇਢਾ ਹੋ ਗਿਆ ਥੋੜਾ ਜਿਹਾ, ਪਰ ਡਿੱਗਿਆ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਘੋੜੇ ਦੀ ਧੌਣ ਵਿੱਚ ਆ ਕਰਕੇ ਕਰਮਚੰਦ ਦਾ ਛੁੱਟਿਆ ਹੋਇਆ ਤੀਰ ਲੱਗ ਗਿਆ। ਐਚ ਗੁਰੂ ਨੇ ਤੀਰ ਨਿਕਾਰਾ। ਖਿੱਚ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਘੋੜੇ ਦੀ ਧੌਣ ਵਿੱਚੋਂ ਤੀਰ ਬਾਹਰ ਕੱਢ ਕੇ ਸਿੱਟ ਦਿੱਤਾ। ਹੈ ਸ਼ੇਰਿਓ ਜਿਸ ਮੈਂ ਬਲ ਭਾਰਾ। ਹਜੂਰ ਨੇ ਘੋੜਾ ਛੇੜਿਆ ਜਿਸ ਵਿੱਚ ਭਾਰੀ ਬਲ ਹੈ। ਪ੍ਰਥਮ ਸਮਾਨ ਉਠਿਓ ਕਰ ਛਾਲ। ਘੋੜਾ ਅਗਲਿਆਂ ਘੁਟਣਿਆਂ ਦੇ ਉੱਤੇ ਡਿੱਗ ਗਿਆ ਸੀ। ਜਦੋਂ ਸਤਿਗੁਰਾਂ ਜੀ ਨੇ ਛੇੜਿਆ ਨਾ ਘੋੜੇ ਨੂੰ, ਪਹਿਲਾਂ ਦੀ ਤਰ੍ਹਾਂ ਬੜੇ ਬਲ ਨਾਲ ਘੋੜਾ ਉਛੜ ਪਿਆ ਜੰਗ ਦੇ ਅੰਦਰ। ਜਾਤ ਗਰੀਬ ਤੇ ਰੁਦਰ ਵਿਸਾਲ। ਘੋੜੇ ਦੀ ਧੌਣ ਤੋਂ ਬਹੁਤਾ ਜ਼ਿਆਦਾ ਲਹੂ ਵਗ ਰਿਹਾ ਏ। ਸਤਿਗੁਰ ਕੇ ਰਿਸ ਉਪਜੀ ਮਹਾ। ਘੋੜੇ ਦੇ ਵਗਦਾ ਹੋਇਆ ਲਹੂ ਵੇਖ ਕੇ ਮਹਾਰਾਜ ਨੂੰ ਵੀਰ ਰਸ ਆ ਗਿਆ। ਨਿਜਵਾਨ ਕੇ ਸਰੋਣ ਤਲਾਹਾ। ਆਪਣੇ ਵਾਹਨ ਘੋੜੇ ਦੇ ਵਗਦਾ ਹੋਇਆ ਖੂਨ ਹਜੂਰ ਨੇ ਵੇਖਿਆ। ਤਨੁਖ ਸਕੰਦ ਧਰਿਓ ਤਿਸ ਕਾਲਾ। ਸਤਿਗੁਰੂ ਜੀ ਨੇ ਉਸ ਸਮੇਂ ਮੌਕਾ ਵੇਖਿਆ ਕਿਉਂਕਿ ਚੰਦੂ ਦਾ ਪੁੱਤਰ ਨੇੜੇ ਆ ਗਿਆ ਸੀ ਜ਼ਿਆਦਾ। ਵੇਖੋ ਇਹ ਯੁੱਧ ਦੀਆਂ ਨੀਤੀਆਂ ਸਾਨੂੰ ਇਹ ਵੀ ਇਤਿਹਾਸ ਦੱਸਦਾ ਹੈ, ਕਿਉਂਕਿ ਅੱਖ ਦੇ ਫੁਰਕ ਜਿੰਨਾ ਸਮਾਂ ਹੁੰਦਾ ਉਧਰੋਂ ਉਧਰ ਹੀ ਮਾੜੀ ਜਿੰਨੀ ਗਲਤੀ ਵੀ ਸਾਧ ਸੰਗਤ ਜੀ ਉਸ ਸਮੇਂ ਜ਼ਿੰਦਗੀ ਤੋਂ ਹੱਥ ਧੋਣੇ ਪੈਂਦੇ ਆ। ਸਤਿਗੁਰੂ ਜੀ ਨੇ ਜਿਹੜਾ ਧਨੁਖ ਹੱਥ ਵਿੱਚ ਫੜਿਆ ਹੋਇਆ ਸੀ ਨਾ, ਬੜੀ ਕਾਲੀ ਨਾਲ ਮਹਾਰਾਜ ਨੇ ਧਨੁਖ ਨੂੰ ਗਾਤਰੇ ਕਰ ਲਿਆ ਸੱਚੇ ਪਾਤਸ਼ਾਹ ਨੇ। ਐਚਿਓ ਤੂਰਨ ਖੜਕ ਤਰਾਲਾ। ਭਿਆਨਕ ਤੇਗਾ ਜਿਹੜਾ ਗਾਤਰੇ ਪਾਇਆ ਹੁਸੈਨ ਚੌੜਾ ਚੰਦਰਹਾਸ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬੜੀ ਛੇਤੀ ਦੇ ਨਾਲ ਸਰ ਕਰਦਾ ਹੋਇਆ ਤੇਗਾ ਖਿੱਚ ਲਿਆ ਆਪਣੇ ਹੱਥ ਵਿੱਚ। ਦੜ ਬੜਾਏ ਘੋੜਾ ਤਬ ਸ਼ੇਰਾ। ਸਤਿਗੁਰੂ ਜੀ ਨੇ ਘੋੜੇ ਨੂੰ ਛੇੜ ਦਿੱਤਾ। ਛਾਲਾਂ ਵਿੱਚ ਉਛਲਦਾ ਹੋਇਆ ਘੋੜਾ ਬਿਜਲੀ ਦੀ ਫੁਰਤੀ ਨਾਲ ਚੰਦੂ ਦੇ ਪੁੱਤਰ ਕਰਮਚੰਦ ਕੋਲ ਆ ਗਿਆ। ਕਰਮਚੰਦ ਕੋ ਤਤਸ਼ਨ ਘੇਰਾ। ਸਤਿਗੁਰੂ ਜੀ ਨੇ ਦਫੇਰਿਓਂ ਜਿਹੜਾ ਚਫੇਰਿਓਂ ਕਰਮਚੰਦ ਨੂੰ ਘੇਰ ਲਿਆ। ਦਾਰੁਨ ਗੁਰ ਸਰੂਪ ਜਬ ਹੇਰਾ। ਜਦੋਂ ਸਤਿਗੁਰੂ ਜੀ ਦੇ ਬਲਦੇ ਹੋਏ ਵੀਰ ਰਸ ਨਾਲ ਨੇਤਰ ਵੇਖੇ ਨਾ, ਹਜੂਰ ਦਾ ਭਿਆਨਕ ਚਿਹਰਾ ਵੇਖ ਕਰਕੇ ਕਰਮਚੰਦ ਡਰ ਗਿਆ। ਜੀਵਨ ਤੇ ਨਿਰਾਸ਼ ਤਿਸ ਬੇਰਾ। ਉਸ ਸਮੇਂ ਜੀਵਨ ਤੋਂ ਨਿਰਾਸ਼ ਹੋ ਗਿਆ ਸਤਿਗੁਰੂ ਜੀ ਦਾ ਵੀਰ ਰਸ ਵੇਖ ਕੇ ਕਿ ਹੁਣ ਮੇਰੀ ਮੌਤ ਆ ਗਈ ਹੈ। ਪ੍ਰੇਰ ਤਰੰਗ ਸਿਪਰ ਗਹਿ ਹਾਥ। ਆਪਣੇ ਘੋੜੇ ਨੂੰ ਤੇ ਸਮੇਂ ਪ੍ਰੇਰਿਆ ਇਸਨੇ ਵੀ ਤੇ ਆਪਣੇ ਹੱਥ ਵਿੱਚ ਢਾਲਾ ਪਕੜਿਆ ਛੇਤੀ ਨਾਲ ਮਹਾਰਾਜ ਦੇ ਵਾਰ ਤੋਂ ਬਚਾਅ ਕਰਨ ਵਾਸਤੇ। ਖੈਂਚਿਓ ਖੜਗ ਕੋਪ
ਕੇ ਸਾਥ। ਬੜੇ ਕ੍ਰੋਧ ਨਾਲ ਇਹਨੇ ਵੀ ਆਪਣਾ ਤੇਗਾ ਜਿਹੜੀ ਸੀ ਕਿਰਪਾਨ ਖਿੱਚੀ। ਮਹਾਰਾਜ ਵੱਲ ਵੇਖ ਕੇ ਡਰ ਗਿਆ ਕਿ ਹਜੂਰ ਨੇ ਬੜੇ ਵੀਰ ਰਸ ਦੇ ਨਾਲ ਸ੍ਰੀ ਸਾਹਿਬ ਖਿੱਚ ਕੇ ਤੇਗਾ ਖਿੱਚ ਕੇ ਮੇਰੇ ਵੱਲ ਆਏ ਆ। ਗੁਰ ਨੇ ਫਿਰ ਚੌਗਿਰਦ ਦਬਾਇਓ। ਸਤਿਗੁਰੂ ਜੀ ਨੇ ਚੁਗਿਰਦਾ ਹੀ ਦਬਾ ਲਿਆ ਇਹਦਾ। ਉਹ ਘੋੜੇ ਦੀ ਕਵਾਇਦ ਕਰੀਦੀ ਹੈ ਕਿ ਕਿਸੇ ਪਾਸੇ ਦੁਸ਼ਮਣ ਹੁਣ ਨੱਠ ਨਾ ਸਕੇ। ਮਹਾਰਾਜ ਨੇ ਇਹਦਾ ਚੁਗਿਰਦਾ ਦਬਾ ਲਿਆ ਕਿ ਕਿਸੇ ਪਾਸੇ ਭੱਜ ਨਾ ਸਕੇ। ਜਾਣਿਓ ਤਬੈ ਕਾਲ ਨਿਰਾਇਓ। ਜਾਣਿਆ ਇਸ ਕਰਮਚੰਦ ਨੇ ਕਿ ਮੇਰੀ ਮੌਤ ਨੇੜੇ ਆ ਗਈ, ਕਾਲ ਆ ਗਿਆ ਮੇਰਾ। ਰਤਨ ਚੰਦ ਅਰ ਬਲੀ ਨਵਾਬ। ਰਤਨ ਚੰਦ ਤੇ ਜਿਹੜਾ ਬਲੀ ਨਵਾਬ ਹੈ ਅਬਦੁਲ ਖਾਨ। ਤੀਨਸ ਤਿਨ ਕੇ ਪ੍ਰਤਕ ਸ਼ਤਾਬ। ਮਹਾਰਾਜ ਨੇ ਬੜੀ ਕਾਹਲੀ ਨਾਲ ਇਹਨਾਂ ਤੋਂ ਪ੍ਰਤਕ ਜਿਹੜਾ ਹੈ ਨਾ ਵੱਖਰਾ ਥੋੜਾ ਜਿਹਾ ਇਸ ਨੂੰ ਕੀਤਾ, ਘੋੜੇ ਨਾਲ 4 ਸ਼ਫੇਰਾ ਦਬਾ ਕਰਕੇ। ਬਲ ਕਰ ਗੁਰ ਨੇ ਖੜਗ ਪ੍ਰਹਾਰਾ। ਬੜਾ ਬਲ ਧਾਰ ਕੇ ਹਜੂਰ ਨੇ ਆਪਣੇ ਹੱਥੋਂ ਤੇਗੇ ਦਾ ਵਾਰ ਛੱਡ ਦਿੱਤਾ। ਕਰੀ ਸਿਪਰ ਆਗੇ ਤਿਸ ਬਾਰਾ। ਹੁਣ ਚੰਦੂ ਦੇ ਪੁੱਤਰ ਵਿੱਚ ਏਜੀ ਜਾਨ ਹੋਵੇ, ਮਹਾਰਾਜ ਦੇ ਤੇਗੇ ਦਾ ਵਾਰ ਸਹਾਰ ਸਕਦਾ ਹੋਵੇ। ਉਹਦੀਆਂ ਬਾਹਾਂ ਵਿੱਚ ਕਿੱਥੇ ਇੰਨੀ ਜਾਨ ਜਿਸ ਤੇਗੇ ਨਾਲ ਹਜੂਰ ਇੱਕ ਹੀ ਵਾਰ ਨਾਲ ਸ਼ੇਰ ਨੂੰ 2 ਟੁਕੜੇ ਕਰ ਦਿੰਦੇ ਸੀ। ਮੁਗਲਸ ਖਾਨ ਜਦੋਂ ਉਹਦੇ ਸਿਰ ਵਿੱਚ ਮਹਾਰਾਜ ਤੇਗਾ ਮਾਰਿਆ ਸੀ ਨਾ, ਲੋਹੇ ਦਾ ਟੋਪ ਪਾਇਆ ਹੋਇਆ ਸੰਜੋਗ ਬਖਤਰ ਲੋਹੇ ਦੀ ਪਹਿਨੀ ਹੋਈ, ਸੋਚਦਾ ਸੀ ਸਿਰ ਵਿੱਚ ਕਿਹੜਾ ਵਾਰ ਵੱਜਣ ਲੱਗਾ ਹੈ, ਪਰ ਨੱਕ ਦੀ ਸੇਧ ਨਾਲ ਮਹਾਰਾਜ ਨੇ ਦਫਾੜ ਕਰ ਦਿੱਤਾ ਸੀ ਤੇਗਾ ਮਾਰ। ਅੱਧਾ ਸਰੀਰ ਇੱਕ ਪਾਸੇ ਤੇ ਅੱਧਾ ਇੱਕ ਪਾਸੇ ਕਰ ਦਿੱਤਾ ਸੀ। ਲੋਹੇ ਦੇ ਟੋਪ ਨੂੰ ਵੀ ਕੱਟ ਗਿਆ ਸੀ ਤੇਗਾ। ਪਾਏ ਹੋਏ ਲੋਹੇ ਦੇ ਸੰਜੋਗ ਬਖਤਰ ਨੂੰ ਵੀ ਕੱਟ ਗਿਆ ਸੀ ਤੇਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਤੇਗੇ ਦਾ ਵਾਰ ਮਾਰਿਆ ਹੈ, ਜਬੈ ਵਾਰ ਤੇ ਅੰਗ ਬਚਾਵਾ। ਜਦੋਂ ਉਸ ਵਾਰ ਤੋਂ ਇਸ ਨੇ ਆਪਣੇ ਅੰਗਾਂ ਨੂੰ ਬਚਾਇਆ ਹੈ, ਢਾਲ ਨੂੰ ਇਹਨੇ ਨਾ ਤਿਰਛਿਆਂ ਕਰ ਦਿੱਤਾ ਅੱਗੇ, ਕਿਉਂਕਿ ਸਿੱਧਾ ਵਾਰ ਢਾਲ ਤੇ ਨਹੀਂ ਸੀ ਸਹਾਰ ਸਕਦਾ। ਇਹਨੇ ਢਾਲ ਨੂੰ ਤਿਰਛਿਆਂ ਕਰ ਦੇਣਾ ਕੀਤਾ। ਤਬ ਤਰੰਗ ਸਿਰ ਕਾਟ ਗਿਰਾਵਾ। ਤਦੋਂ ਸਾਧ ਸੰਗਤ ਜੀ ਜਿਹੜਾ ਮਹਾਰਾਜ ਦਾ ਵਾਰ ਸੀ ਨਾ, ਉਹ ਢਾਲ ਤੋਂ ਤਿਲਕ ਕੇ ਇਹਦੇ ਉਛਲਦੇ ਹੋਏ ਘੋੜੇ ਦੀ ਧੌਣ ਤੇ ਵੱਜਾ। ਵੇਖੋ ਕਿੱਡੇ ਬਲ ਨਾਲ ਵਾਰ ਮਾਰਿਆ ਹੋਵੇਗਾ ਕਿ ਘੋੜੇ ਦੀ ਧੌਣ ਹੀ ਵੱਢ ਕੇ ਸੁੱਟ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਨੇ ਇੰਨੇ ਬਲ ਨਾਲ ਵਾਰ ਮਾਰਿਆ ਕਿ ਘੋੜੇ ਦੀ ਧੌਣ ਜਿਹੜੀ ਸੀ ਨਾ, ਜਿਵੇਂ ਇੱਕੇ ਹੀ ਵਾਰ ਨਾਲ ਲੱਥ ਕੇ ਧਰਤੀ ਤੇ ਡਿੱਗ ਗਈ। ਗਿਰ ਕਰ ਕਰਮ ਚੰਦ ਹੋਏ ਖਰਿਓ। ਤੇ ਡਿੱਗ ਕਰਕੇ ਜਿਹੜਾ ਕਰਮ ਸੰਦ ਸੀ ਇਹ ਚੰਦੂ ਦਾ ਪੁੱਤਰ ਪੈਰਾਂ ਦੇ ਭਾਰ ਖਲੋ ਗਿਆ। ਰਤਨ ਚੰਦ ਤੇ ਕਰਮ ਚੰਦ ਇਹਨਾਂ ਦੋਹਾਂ ਦੇ ਘੋੜੇ ਮਰ ਗਏ। ਅਬਦੁਲ ਖਾਨ ਅਜੇ ਘੋੜੇ ਤੇ ਸਵਾਰ। ਗੁਰੂ ਹਰਗੋਬਿੰਦ ਸਾਹਿਬ ਦਾ ਘੋੜਾ ਕਿਵੇਂ ਸ਼ਹੀਦ ਹੁੰਦਾ ਹੈ, ਸਤਿਗੁਰੂ ਜੀ ਇਹਨਾਂ ਨੂੰ ਕਿਵੇਂ ਆਪਣੇ ਹੱਥੀਂ ਮਾਰਦੇ ਆ ਮੈਦਾਨੇ ਜੰਗ ਦੇ ਅੰਦਰ, ਇਹ ਬੜਾ ਜੰਗ ਦਾ ਰੌਚਕ ਪ੍ਰਸੰਗ ਕੱਲ ਨੂੰ ਆਪਾਂ ਇਹਦੀ ਅੱਗੇ ਕਥਾ ਸਰਵਣ ਕਰਾਂਗੇ, ਕਿਉਂਕਿ ਵਿਸ਼ੇਸ਼ ਸਿਮਰਨ ਸਮਾਗਮ ਹਨ। ਆਪ ਸੰਗਤਾਂ ਬੜੇ ਪਿਆਰ ਨਾਲ ਇਹ ਸਾਲਾਨਾ ਜੋੜ ਮੇਲਿਆਂ ਵਿੱਚ ਹਾਜ਼ਰੀਆਂ ਭਰਦੇ ਹੋ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਇਹ ਬਖਸ਼ਿਸ਼, ਜਿਹੜਾ ਸਾਧ ਸੰਗਤ ਜੀ ਨਾਮ ਜਪ ਕੇ ਆਪਣੇ ਆਤਮਿਕ ਬਲ ਨੂੰ ਮਜ਼ਬੂਤ ਕਰਦਾ ਹੈ, ਉਹੋ ਹੀ ਦੁੱਖਾਂ ਸੁੱਖਾਂ ਵਿੱਚ ਸਮਾਨ ਹੁੰਦਾ ਹੈ। ਉਹਦੀ ਹੀ ਬਿਰਤੀ ਧਰਮ ਵਿੱਚ ਲਵਲੀਨ ਹੁੰਦੀ ਹੈ। ਇਸ ਦਾਤ ਨੂੰ ਗੁਰਸਿੱਖ ਸਤਿਗੁਰੂ ਕੋਲੋਂ ਮੰਗਦੇ ਆ, ਸਿਮਰਨ ਦੀ ਕਮਾਈ ਕਰਦੇ ਆ। ਪਿਆਰ ਨਾਲ ਆਪ ਹੁਣ ਸਿਮਰਨ ਵਿੱਚ ਜੁੜੋ। ਇੱਥੇ 2 ਪੰਕਤੀਆਂ ਪੜ੍ਹ ਕੇ ਆਪਾਂ ਫਤਿਹ ਬੁਲਾਉਂਦੇ ਆ। ਇਹ ਬੜਾ ਯੁੱਧ ਦਾ ਰੌਚਕ ਪ੍ਰਸੰਗ, ਕੱਲ ਨੂੰ ਆਪਾਂ ਇਹ ਯੁੱਧ ਜਿਹੜਾ ਹੈ ਸਰਵਣ ਕਰਾਂਗੇ, ਕਿਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਯੁੱਧ ਨੂੰ ਫਤਿਹ ਕਰਦੇ ਆ। ਇਹ ਕਥਾ ਕੱਲ ਨੂੰ ਆਵੇਗੀ। ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਜਬੈ ਵਾਰ ਤੇ ਅੰਗ ਬਚਾਵਾ। ਤਬ ਤਰੰਗ ਸਿਰ ਕਾਟ ਗਿਰਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।